ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 163 ਤੇ ਹੇਠੋਂ ਦੂਸਰੀ ਪੰਕਤੀ ਹੈ। ਗੌੜੀ ਗੁਆਰੇਰੀ ਮਹਿਲਾ ਚੌਥਾ ਚੌਪ ਦੇ। ਇੱਥੇ 4 ਅੰਕ 'ਚ ਵੀ ਲਿਖਿਆ ਹੋਇਆ ਹੈ, ਚੌਥਾ ਜਿਹੜਾ ਹੈ ਸ਼ਬਦ 'ਚ ਵੀ ਲਿਖਿਆ ਹੋਇਆ ਹੈ। ਗੁਰੂ ਮਹਾਰਾਜ ਨੇ ਇਹ ਦੱਸਿਆ ਕਿ ਇਸ ਨੂੰ 4 ਨਹੀਂ ਪੜ੍ਹਨਾ, ਨਹੀਂ ਤਾਂ ਕੋਈ ਪੜ੍ਹ ਸਕਦਾ ਹੈ ਗੌੜੀ ਗੁਰੇਰੀ ਮਹਿਲਾ 4 ਨਹੀਂ, ਉਦੋਂ ਬ੍ਰੈਕਟਾਂ ਨਹੀਂ ਸੀ ਹੁੰਦੀਆਂ, ਨਹੀਂ ਤਾਂ ਉਹਨੇ ਚੌਥੇ ਦੇ ਦੁਆਲੇ ਬ੍ਰੈਕਟ ਪਾ ਦੇਣੀ ਸੀ ਵੀ 4 ਨਹੀਂ ਪੜ੍ਹਨਾ, ਚੌਥਾ ਪੜ੍ਹਨਾ। ਇਹਨੂੰ ਐ ਨਹੀਂ ਪੜ੍ਹਨਾ ਗੌੜੀ ਗੁਰੇਰੀ ਮਹਿਲਾ ਚੌਥਾ, ਚੌਥਾ 2 ਵਾਰੀ ਨਹੀਂ ਕਹਿਣਾ, ਇੱਕੋ ਵਾਰੀ ਕਹਿਣਾ। ਗੌੜੀ ਗੁਆਰੇਰੀ ਮਹਿਲਾ ਚੌਥਾ ਚੌਪਦੇ। ਜਿਵੇਂ ਅਸ਼ਟਪਦੀ ਹੁੰਦੀ ਹੈ, 8 ਪਦੇ ਹੁੰਦੇ ਨੇ, ਚੌਪਦੇ 4 ਪਦੇ, ਦੁਪਦੇ ਤਿਪਦੇ, ਇਸ ਤਰ੍ਹਾਂ ਗੁਰਬਾਣੀ 'ਚ ਹੈਗੀ। ਚੌਥੇ ਪਾਤਸ਼ਾਹ ਦੀ ਬਾਣੀ ਪਹਿਲਾਂ ਤੀਸਰੇ ਪਾਤਸ਼ਾਹ ਦੀ ਚੱਲਦੀ ਰਹੀ ਹੈ, ਅੱਜ ਚੌਥੇ ਪਾਤਸ਼ਾਹ ਦੀ ਬਾਣੀ ਹੈ। ਏਕ ਓੰਕਾਰ ਸਤਿਗੁਰ ਪ੍ਰਸਾਦ। ਏਕ ਓੰਕਾਰ ਪਰਮਾਤਮਾ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰਮਾਤਮਾ ਜਦੋਂ ਵੀ ਕਿਸੇ ਨੂੰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ। ਵਿਧਾਨ ਹੁੰਦਾ ਹਰ ਇੱਕ ਦਾ। ਜਦੋਂ ਗੁਰੂ ਨਾਨਕ ਦੇਵ ਜੀ ਵੇਈ ਨਦੀ 'ਚ ਨਿਕਲ ਕੇ ਸੱਚਖੰਡ ਗਏ ਤਾਂ ਪਰਮਾਤਮਾ ਨੇ ਜਾਂਦੇ ਹੀ ਕਿਹਾ ਵੀ ਹੇ ਨਾਨਕ, ਤੈਨੂੰ ਮੈਂ ਮਾਤ ਲੋਕ 'ਤੇ ਭੇਜਿਆ ਸੀ ਵੀ ਜਾ ਕੇ ਮੇਰਾ ਨਾਮ ਜਪਾ, ਅਤੇ ਤੂੰ ਮੇਰਾ ਨਾਮ ਨਹੀਂ ਜਪਾਉਣਾ ਸ਼ੁਰੂ ਕੀਤਾ। ਉਹ ਕਹਿੰਦੇ ਦੇਖੋ ਜੀ, ਤੁਸੀਂ ਹੀ ਸ੍ਰਿਸ਼ਟੀ ਦਾ ਵਿਧਾਨ ਬਣਾਇਆ ਹੋਇਆ ਹੈ ਕਿ ਕੋਈ ਨਿਗੁਰਾ ਨਾਮ ਨਹੀਂ ਜਪਾ ਸਕਦਾ। ਤੁਸੀਂ ਮੈਨੂੰ ਦਿੱਤੀ ਦਿਵ ਦ੍ਰਿਸ਼ਟੀ, ਤੁਹਾਡੀ ਦਿੱਤੀ ਦਿਵ ਦ੍ਰਿਸ਼ਟੀ ਨਾਲ ਮੈਂ ਸਾਰੇ ਸੰਸਾਰ 'ਚ ਵੇਖਿਆ, ਮੈਨੂੰ ਕੋਈ ਪੂਰਨ ਹੀ ਨਹੀਂ ਮਿਲਿਆ। ਅਧੂਰੇ ਨੂੰ ਗੁਰੂ ਧਾਰਨ ਕਰਕੇ ਮੈਂ ਕੀ ਕਰਾਂ? ਪੂਰੇ ਤੋਂ ਪ੍ਰਾਪਤੀ ਹੋਏਗੀ। ਇਸ ਲਈ ਕਹਿੰਦੇ ਮੈਂ ਤੁਹਾਡੇ ਕੋਲ ਆਇਆ। ਫਿਰ ਪਰਮਾਤਮਾ ਨੇ ਗੁਰੂ ਮਹਾਰਾਜ ਨੂੰ ਗੁਰਮੰਤਰ ਦਿੱਤਾ। ਗੁਰਮੰਤਰ ਦੇ ਕੇ ਕਹਿੰਦੇ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਇਸ ਲਈ ਗੁਰੂ ਨੂੰ ਪਰਮੇਸ਼ਰ ਵੀ ਕਹਿੰਦੇ ਨੇ। ਗੁਰ ਪਰਮੇਸ਼ਰ ਇੱਕ ਹੋ ਜਾ, ਹੈ ਦੋਨੋਂ ਅੱਡ ਅੱਡ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਜਿਸ ਤੇ ਤੇਰੀ ਖੁਸ਼ੀ ਉਸ ਤੇ ਮੇਰੀ ਖੁਸ਼ੀ। ਸੋ ਜਿਸ ਤੇ ਗੁਰੂ ਦੀ ਖੁਸ਼ੀ ਉਸ ਤੇ ਰੱਬ ਦੀ ਖੁਸ਼ੀ। ਫੇਰ ਜਾ ਕੇ ਗੁਰੂ ਮਹਾਰਾਜ ਨੇ ਆ ਕੇ ਸਭ ਸੰਸਾਰ ਛੱਡਤੇ, ਜੋ ਦੁਕਾਨਦਾਰੀ ਕਰ ਸਭ ਬੰਦ ਕਰਤੀ, ਨਾਮ ਜੋ ਸਾਰੇ ਸੰਸਾਰ 'ਚ ਫਿਰ ਨਾਮ ਜਪਾਉਣਾ ਸ਼ੁਰੂ ਕੀਤਾ। ਸੋ ਇਸ ਲਈ ਪਰਮਾਤਮਾ ਦਾ ਵਿਧਾਨ ਹੈ ਕਿ ਗੁਰੂ ਦੀ ਕਿਰਪਾ ਨਾਲ ਮੈਂ ਨਹੀਂ ਮਿਲਣਾ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਮੈਂ ਮਿਲਦਾ। ਨਿਰਾ ਗੁਰੂ ਧਾਰਨ ਕਰਨ ਨਾਲ ਨਹੀਂ ਮੈਂ ਮਿਲਣਾ। ਗੁਰੂ ਧਾਰਨ ਕਰਨਾ ਤੇ ਆਸਾਨ ਹੈ, ਇਹ 'ਚ ਕੀ ਔਖਾ ਹੈ? ਪਹਿਲਾਂ ਤੇ ਔਖਾ ਸੀ, ਜਦੋਂ ਗੁਰੂ ਮਹਾਰਾਜ ਸਾਡੇ ਸਰੀਰ ਰੂਪ ਸਨ, ਉਦੋਂ ਗੁਰੂ ਧਾਰਨ ਕਰਨਾ ਸੌਖਾ ਨਹੀਂ ਸੀ ਕੰਮ। ਚੋਰ ਚਲੇ ਗਏ, ਮੈਂ ਜੀ ਗੁਰਮੰਤਰ ਲੈਣੇ। ਹੁਣ ਸਾਡੇ ਵਰਗੇ ਤਾਂ ਪਤਾ ਨਹੀਂ ਚੋਰ ਹੈ ਕੀ ਹੈ। ਉਹ ਕਦੇ ਪਹਿਲਾਂ ਚੋਰੀ ਛੱਡ,
ਪਹਿਲਾਂ ਚੋਰੀ ਛੱਡ, ਫਿਰ ਤੈਨੂੰ ਗੁਰਮੰਤਰ ਮਿਲੂਗਾ। ਇਸ ਲਈ ਉਦੋਂ ਔਖਾ ਸੀ, ਹੁਣ ਤੇ ਸੌਖਾ ਹੈ। ਜੋ ਜਿਹਦੀ ਮਰਜ਼ੀ ਹੈ ਚਲੇ ਜਾਓ ਅੰਮ੍ਰਿਤ ਛਕਣ, 5 ਪਿਆਰੇ ਤੁਹਾਨੂੰ ਅੰਮ੍ਰਿਤ ਛਕਾ ਦੇਣਗੇ। ਹੁਣ ਕੋਈ ਨਹੀਂ ਔਖਾ। ਪਰ ਗੁਰੂ ਧਾਰਨ ਕਰਨਾ ਔਖਾ ਨਹੀਂ, ਗੁਰੂ ਦੀ ਖੁਸ਼ੀ ਲੈਣੀ ਔਖੀ ਹੈ। ਇਸ ਲਈ ਨਿਰਾ ਇਹ ਨਹੀਂ ਕਿਹਾ ਕਿ ਗੁਰੂ ਧਾਰਨ ਕਰਨਾ ਮੈਂ ਤੁਹਾਨੂੰ ਮਿਲਾਂਗਾ, ਨਹੀਂ, ਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਮਿਲਾਂਗਾ। ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਤਾਂ ਹੀ ਹੋਵੇ ਜੇ ਅਸੀਂ ਕਿਰਪਾ ਦੇ ਪਾਤਰ ਬਣਾਂਗੇ। ਕਿਰਪਾ ਦੇ ਪਾਤਰ ਬਣਾਂਗੇ ਤਾਂ ਕਿਰਪਾ ਹੋਏਗੀ। ਮੈਂ ਆਪਣੀ ਬਾਲਟੀ ਵਿਹੜੇ 'ਚ ਮੂਧੀ ਮਾਰ ਰੱਖੀ ਹੈ, ਮੀਂਹ ਲੱਗ ਗਿਆ ਪਿਆ। ਮੇਰੀ ਬਾਲਟੀ ਮੂਧੀ ਹੋਣ ਕਰਕੇ ਉਹਦੇ ਵਿੱਚ ਇੱਕ ਵੀ ਤੁਪਕਾ ਕਣੀ ਨਹੀਂ ਡਿੱਗੇਗੀ। ਤੇ ਮੈਂ ਕਹਾਂਗਾ ਦੱਸੋ ਮੇਰੀ ਬਾਲਟੀ 'ਚ ਮੀਂਹ ਨਹੀਂ ਪਿਆ? ਉਹ ਕਹਿੰਦੇ ਮੀਂਹ ਤਾਂ ਮੈਂ ਬੜਾ ਪਾਇਆ, ਤੇਰੀ ਬਾਲਟੀ ਹੀ ਪੁੱਠੀ ਸੀ। ਸਾਡੇ ਕੋਲ ਭਾਂਡਾ ਹੀ ਨਹੀਂ ਤਿਆਰ ਹੈਗਾ। ਸਾਨੂੰ ਪਹਿਲਾਂ ਭਾਂਡਾ ਤਿਆਰ ਕਰਨਾ ਪੈਣਾ, ਤਾਂ ਫਿਰ ਕਿਰਪਾ ਪਵਾ ਸਕਦੇ ਹਾਂ ਅਸੀਂ। ਸੋ ਇਸ ਲਈ ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਸ਼ੁਭ ਕਰਮ ਕਰਾਂਗੇ, ਤਾਂ ਫਿਰ ਕਿਸੇ ਵੇਲੇ ਉਹਦੀ ਕਿਰਪਾ ਹੋ ਸਕਦੀ ਹੈ। ਅੱਗੇ ਕਹਿੰਦੇ, ਪੰਡਿਤ ਸਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਕਹਿੰਦੇ ਪੰਡਿਤ ਹੈ ਉਹ ਤੇ ਸ਼ਾਸਤਰ ਪੜ੍ਹਦਾ ਹੈ, ਸਿਮਰਤੀਆਂ ਪੜ੍ਹਦਾ ਹੈ, ਵੀ ਸ਼ਾਇਦ ਇਸ ਤਰ੍ਹਾਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਜੋਗੀ ਗੋਰਖ ਗੋਰਖ ਕਰੇ, ਜੋਗੀ ਗੋਰਖ ਗੋਰਖ ਕਰਦੇ ਨੇ ਵੀ ਇਸ ਤਰ੍ਹਾਂ ਸ਼ਾਇਦ ਸਾਨੂੰ ਰੱਬ ਮਿਲ ਜਾਏਗਾ। ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਹੁਣ ਕਿਉਂਕਿ ਮੈਂ ਸਿਮਰਤੀਆਂ ਸ਼ਾਸਤਰ ਨਹੀਂ ਪੜ੍ਹਦਾ, ਮੈਂ ਜੋਗੀਆਂ ਤਰ੍ਹਾਂ ਗੋਰਖ ਗੋਰਖ ਨਹੀਂ ਕਰਦਾ, ਇਸ ਲਈ ਲੋਕ ਮੈਨੂੰ ਮੂਰਖ ਕਹਿੰਦੇ ਨੇ। ਮੈਂ ਮੂਰਖ ਤਾਂ ਬਸ ਹਰੀ ਦਾ ਨਾਮ ਜਪਦਾ, ਬਸ ਮੈਂ ਤਾਂ ਕਹਿੰਦੇ ਹਰੀ ਦਾ ਨਾਮ ਜਪਦਾ, ਕਿਉਂਕਿ ਪਰਮਾਤਮਾ ਦੇ ਨਾਮ ਨਾਲ ਹੀ ਸਾਨੂੰ ਪ੍ਰਾਪਤੀ ਹੋਣੀ। ਇਹ ਤਾਂ ਸਾਡੀ ਗੁੱਡ ਲੱਕ ਹੈ। ਸੰਸਾਰ ਦੇ ਵਿੱਚ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਹਨੂੰ ਗੁਰੂ ਦਾ ਦਰਜਾ ਮਿਲਿਆ ਹੋਇਆ, ਬਾਕੀ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ ਹੋਇਆ। ਉਹ ਉਸ ਨੂੰ ਪੁਰਾਣਾ ਹੋ ਜਾਏ, ਰੱਦੀ 'ਚ ਵੇਚ ਦਿਓ, ਕੁਛ ਨਹੀਂ ਹੁੰਦਾ, ਪੁਰਾਣਾ ਹੋ ਗਿਆ। ਇਹ ਤਾਂ ਹੁਣ ਅਸੀਂ ਦਿਨੋਂ ਦਿਨ ਕੱਟੜ ਹੋਈ ਜਾਂਦੇ ਹਾਂ। ਪਹਿਲਾਂ ਪੁਰਾਣੇ ਗੁਟਕੇ ਹੋ ਜਾਣੇ, ਜਿਲਦਾਂ ਜੁਲਦਾਂ ਪਾੜ ਜਾਣੇ। ਮੈਂ ਦੇਖਿਆ ਰੱਦੀ ਵਾਲੇ ਨੂੰ ਉਹ 'ਚ ਵੇਚ ਦੇਣਾ। ਹੁਣ ਵੇਚ ਕੇ ਦੇਖੋ ਨਾ, ਲੜਾ 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 ਹੋ ਜਾਏ ਤਾਂ ਜੇਲ੍ਹ ਤੱਕ ਜਾਣਾ ਪੈ ਸਕਦਾ ਹੈ। ਇਸ ਲਈ ਕਹਿੰਦੇ ਇਹ ਲੋਕ ਮੈਨੂੰ ਮੂਰਖ ਕਹਿੰਦੇ ਆ ਵੀ ਨਾ ਸਿਮਰਤੀਆਂ ਪੜ੍ਹਦਾ, ਨਾ ਸ਼ਾਸਤਰ ਪੜ੍ਹਦਾ, ਨਾ ਇਹਨੇ ਯੋਗ ਧਾਰਨ ਕੀਤਾ ਹੋਇਆ। ਕਹਿੰਦੇ ਮੈਂ ਤਾਂ ਮੂਰਖ ਹਾਂ, ਮੈਂ ਤਾਂ ਹਰੀ ਦਾ ਜਾਪ ਕਰਦਾ, ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ। ਨਾ ਜਾਣਾ ਕਿਆ ਗਤ ਰਾਮ ਹਮਾਰੀ, ਹੈ ਪਰਮਾਤਮਾ ਮੈਨੂੰ ਨਹੀਂ ਪਤਾ ਮੇਰੀ ਕੀ ਹਾਲਤ ਹੋਵੇਗੀ। ਗਤ ਗਤੀ ਹਾਲਤ, ਹਰ ਭਜ ਮਨ ਮੇਰੇ, ਤਰ ਭੋਜਲ ਤੂੰ ਤਾਰੀ। ਹੈ ਮੇਰੇ ਮਨਾ ਤੂੰ ਤੇ ਨਾਮ ਜਪ ਬਸ, ਇਸ ਤਰ੍ਹਾਂ ਤੂੰ ਭਵ ਸਾਗਰ ਤਰ ਜਾਏਗਾ।
ਅੱਗੇ ਕੀ ਹਾਲਤ ਹੋਣੀ ਕਹਿੰਦੇ ਨਹੀਂ ਮੈਨੂੰ ਪਤਾ। ਬਸ ਮੇਰਾ ਮਨ ਤੇ ਕਹਿੰਦਾ ਤੂੰ ਨਾਮ ਜਪੀ ਜਾ ਜਪੀ ਜਾ, ਇਸ ਤਰ੍ਹਾਂ ਤੂੰ ਭਾਵ ਸਾਗਰ ਨੂੰ ਪਾਰ ਕਰ ਜਾਵੇਗਾ। ਸੋ ਗੱਲ ਤੇ ਸਾਰੀ ਨਾਮ ਦੀ ਹੈ। ਨਾਮ ਨਾਲ ਹੀ ਸਭ ਕੁਛ ਗੱਲ ਸਾਰੀਆਂ ਗੱਲਾਂ ਬਣਨੀਆਂ ਨੇ। ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰਤ੍ਰਿਯ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਜਿਹੜਾ ਸੰਨਿਆਸੀ ਹੈ, ਵਿਭੂਤ ਹੁੰਦਾ ਸਵਾ, ਉਹ ਸਰੀਰ ਤੇ ਸਵਾ ਮਿਲਦਾ ਹੈ। ਉਹ ਸਮਝਦਾ ਬਸ ਇਹਦੇ ਨਾਲ ਹੀ ਮੈਨੂੰ ਪ੍ਰਾਪਤੀ ਹੋ ਜਾਣੀ, ਬਸ ਸਵਾ ਨਾਲ ਹੀ ਆਪਣੇ ਸਰੀਰ ਨੂੰ ਸਵਾਰਦਾ ਰਹਿੰਦਾ ਹੈ। ਕਈ ਬ੍ਰਹਮਚਾਰੀ ਨੇ ਪਰਤ੍ਰਿਯ ਤਿਆਗ ਕਰੀ ਬ੍ਰਹਮਚਾਰੀ, ਪਰ ਬਗਾਨੀ ਤ੍ਰਿਯ ਔਰਤ, ਬਗਾਨੀ ਔਰਤ ਨੂੰ ਛੱਡ ਕੇ ਕਹਿੰਦੇ ਉਹ ਬ੍ਰਹਮਚਾਰੀ ਹੋ ਗਏ। ਉਹ ਸਮਝਦੇ ਨੇ ਪਾਸੇ ਬ੍ਰਹਮਚਾਰੀ ਹੋਣ ਨਾਲ ਹੀ ਰੱਬ ਮਿਲਦਾ ਹੈ। ਕਈ ਸਮਝਦੇ ਨੇ ਸਰੀਰ ਤੇ ਸਵਾ ਮਲ ਲਓ ਸ਼ਾਇਦ ਇਸ ਤਰ੍ਹਾਂ ਰੱਬ ਮਿਲੇਗਾ। ਕੋਈ ਸਮਝਦਾ ਔਰਤ ਨੂੰ ਛੱਡ ਕੇ ਬ੍ਰਹਮਚਾਰੀ ਹੋ ਜਾਓ, ਇਸ ਤਰ੍ਹਾਂ ਸ਼ਾਇਦ ਪਰਮਾਤਮਾ ਮਿਲੇਗਾ। ਪਰ ਗੁਰੂ ਮਾਰ ਕੇ ਮੈਂ ਮੂਰਖ ਹਰ ਆਸ ਤੁਮਾਰੀ, ਪਰ ਕਹਿੰਦਾ ਮੈਨੂੰ ਮੂਰਖ ਨੂੰ ਤਾਂ ਹੈ ਪਰਮਾਤਮਾ ਸਿਰਫ ਤੁਹਾਡੀ ਹੀ ਆਸ ਹੈ, ਮੈਂ ਤਾਂ ਤੁਹਾਡੇ 'ਤੇ ਹੀ ਆਸ ਲਾਈ ਹੋਈ ਹੈ। ਖੱਤਰੀ ਕਰਮ ਕਰੇ ਸੂਰ ਤਨ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ। ਕਈ ਖੱਤਰੀ ਨੇ ਜਿਹਨੂੰ ਹਿੰਦੀ ਕਹਿੰਦੇ ਕਸ਼ਤਰੀ। ਜਦੋਂ ਮਨੂ ਸਿਮਰਤੀ ਲਿਖੀ ਗਈ ਉਹਨੇ 4 ਜਾਤਾਂ ਬਣਾਈਆਂ, ਬ੍ਰਾਹਮਣ, ਦੂਜੇ ਨੰਬਰ 'ਤੇ ਕਸ਼ਤਰੀ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਖੱਤਰੀ, ਵੈਸ਼, ਸ਼ੂਦਰ। ਖੱਤਰੀ ਕਰਮ ਕਰੇ ਸੂਰ ਤਨ ਪਾ, ਸੂਰ ਤਨ ਦੀ ਬਹਾਦਰੀ, ਸੂਰ ਬਹਾਦਰ ਨੂੰ ਕਹਿੰਦੇ, ਸੂਰ ਪੀਰ ਬੜਾ ਬਹਾਦਰ, ਸੂਰ ਤਨ ਬਹਾਦਰੀ। ਖੱਤਰੀ ਇਹੋ ਜਿਹੇ ਕਰਮ ਕਰਦਾ ਜਿਸ ਨਾਲ ਲੋਕ ਕਹਿਣ ਵੀ ਇਹ ਤਾਂ ਬੜਾ ਬਹਾਦਰ ਹੈ ਜੀ। ਉਹ ਇਸੇ ਗੱਲ ਨੂੰ ਬੜੀ ਵੱਡੀ ਗੱਲ ਸਮਝੀ ਬੈਠਾ ਹੈ। ਸੂਦ ਵੈਸ ਪਰ ਕਿਰਤ ਕਮਾਵੇ, ਜਿਹੜਾ ਸ਼ੂਦਰ ਹੈ ਵੈਸ਼ ਹੈ। ਵੈਸ਼ ਦੇ ਵਿੱਚ ਇੱਕ ਕਿਸਾਨ ਆਉਂਦੇ ਨੇ, ਦੂਜੇ ਬਾਣੀਏ ਦੁਕਾਨਦਾਰ ਆਉਂਦੇ, ਪਰ ਕਿਰਤ ਕਮਾਵੇ, ਇਹ ਦੂਜਿਆਂ ਲਈ ਕੰਮ ਕਰਦੇ ਨੇ। ਸ਼ੂਦਰ ਨੇ, ਵੈਸ਼ ਨੇ, ਇਹ ਬਗਾਨੀ ਕਿਰਤ ਕਰਦੇ ਹਨ। ਮੈਂ ਮੂਰਖ ਹਰ ਨਾਮ ਛਡਾਵੇ, ਪਰ ਮੈਨੂੰ ਤੇ ਪਤਾ ਹੈ ਭਾਵੇਂ ਮੈਂ ਮੂਰਖ ਹਾਂ ਵੀ ਮੈਨੂੰ ਤਾਂ ਨਾਮ ਨੇ ਮੇਰਾ ਛੁਟਕਾਰਾ ਕਰਾਉਣਾ, ਨਾ ਇਸ ਬਹਾਦਰੀ ਨੇ ਕਰਵਾਉਣਾ ਅਤੇ ਨਾ ਕਿਸੇ ਖੇਤੀਬਾੜੀ ਅਤੇ ਬਾਣੀ ਵਾਲੇ ਕੰਮ ਨੇ ਕਰਵਾਉਣਾ ਹੈ। ਮੇਰੇ ਜਮਾ ਤੋਂ ਛੁਟਕਾਰਾ ਹਰੀ ਦੇ ਨਾਮ ਨੇ ਕਰਾਉਣਾ ਹੈ। ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਹਰ ਟੇਕ ਟਿਕਾਈ। ਸਭ ਤੇਰੀ ਸ੍ਰਿਸ਼ਟ, ਇਹ ਪਰਮਾਤਮਾ ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ। ਤੂੰ ਆਪ ਰਿਹਾ ਸਮਾਈ, ਤੂੰ ਆਪ ਹੀ ਸਾਰਿਆਂ 'ਚ ਸਮਾਇਆ ਹੋਇਆ ਹੈ, ਤੂੰ ਆਪ ਹੀ ਸਾਰਿਆਂ 'ਚ ਵਸਦਾ ਹੈ। ਕਿਉਂਕਿ ਧਰਮ ਕਹਿੰਦਾ ਪਰਮਾਤਮਾ ਨੇ ਜੋ ਕੁਛ ਵੀ ਬਣਾਇਆ ਉਸ ਦੇ ਵਿੱਚ ਪਰਮਾਤਮਾ ਬਿਰਾਜਮਾਨ ਹੈ। ਇਸ ਲਈ ਉਹ ਕਹਿੰਦੇ ਨੇ ਕਰਤਾ ਪੁਰਖ। ਪੁਰਖ ਦਾ ਮਤਲਬ ਹੈ ਜੋ ਆਪਣੀ ਕ੍ਰਿਤ ਦੇ ਵਿੱਚ ਜੋ ਉਸਨੇ ਬਣਾਇਆ ਉਹਦੇ ਵਿੱਚ ਬਿਰਾਜਮਾਨ ਹੈ। ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ ਅਤੇ ਤੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਰਹਿੰਦਾ ਹੈ। ਗੁਰਮੁਖ ਨਾਨਕ ਦੇ ਵਡਿਆਈ, ਪਰ ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹਨੂੰ ਪਰਮਾਤਮਾ ਵਡਿਆਈ ਬਖਸ਼ਦਾ। ਗੁਰਮੁਖ ਕਹਿੰਦੇ ਨੇ ਗੁਰੂ ਦੇ ਆਖੇ ਲੱਗਣ ਵਾਲੇ ਨੂੰ।
ਗੁਰੂ ਦੇ ਆਖੇ ਲੱਗਣ ਵਾਲੇ ਨੂੰ ਗੁਰਮੁਖ ਕਹਿੰਦੇ ਆ, ਮਨ ਦੇ ਆਖੇ ਲੱਗਣ ਵਾਲੇ ਨੂੰ ਮਨਮੁਖ ਕਹਿੰਦੇ ਆ। ਜੇ ਤੇ ਸੁਖੀ ਰਹਿਣਾ ਫਿਰ ਤੇ ਗੁਰਮੁਖ ਹੋ ਜਾਓ, ਤੇ ਜੇ ਦੁਖੀ ਰਹਿਣਾ ਉਹ ਤਾਂ ਫਿਰ ਅਸੀਂ ਹਾਂ ਹੀ ਹਾਂ, ਉਹਦੇ ਹਾਂ ਹੀ ਹਾਂ। ਮਨਮੁਖ ਨੇ ਤਾਂ ਦੁਖੀ ਹੀ ਹੋਣਾ, ਭਾਵੇਂ ਉਹਦੇ ਕੋਲ ਕੁਝ ਵੀ ਹੋਵੇ, ਇਸ ਦੇ ਬਾਵਜੂਦ ਵੀ ਦੁਖੀ ਰਹੇਗਾ। ਕਿਉਂ? ਉਹਨੇ ਕੰਮ ਹੀ ਮੂਰਖਾਂ ਵਾਲੇ ਕਰਨੇ ਨੇ। ਕੋਈ ਉਹ ਮੂਰਖ ਵਾਲੇ ਕਿਉਂ ਕੰਮ ਕਰਨੇ ਨੇ? ਗੁਰਬਾਣੀ ਕਹਿੰਦੀ ਜਿਹੜਾ ਮਨ ਹੈ ਨਾ, ਇਹ ਤੇ ਭੈੜਾ ਹੈ, ਤੇ ਭੈੜੇ ਬੰਦੇ ਨੇ ਤੁਹਾਨੂੰ ਭੈੜੀ ਸਲਾਹ ਦੇਣੀ ਹੈ। ਜਦੋਂ ਅਸੀਂ ਮਨ ਦੇ ਆਖੇ ਲੱਗਾਂਗੇ ਤੇ ਮਨ ਨੇ ਤਾਂ ਸਾਨੂੰ ਮਾੜੀ ਸਲਾਹ ਦੇਣੀ, ਤੇ ਜਦੋਂ ਮਾੜੀ ਸਲਾਹ ਦੇ ਅਨੁਸਾਰ ਅਸੀਂ ਚੱਲਾਂਗੇ ਤਾਂ ਅਸੀਂ ਫਿਰ ਮਾੜੇ ਕੰਮ ਕਰਾਂਗੇ। ਮਾੜੇ ਕੰਮ ਕਰਾਂਗੇ ਤਾਂ ਨਤੀਜਾ ਦੁੱਖ ਰੂਪ ਹੋ ਜਾਏਗਾ। ਇਸ ਲਈ ਜੇ ਸੁਖ ਚਾਹੀਦਾ ਤਾਂ ਫਿਰ ਗੁਰਮੁਖ ਹੋਣਾ ਪੈਣਾ। ਗੁਰਮੁਖ ਨਾਨਕ ਦੇ ਵਡਿਆਈ, ਜਿਹੜਾ ਗੁਰਮੁਖ ਹੋ ਜਾਂਦਾ ਪਰਮਾਤਮਾ ਉਸ ਨੂੰ ਵਡਿਆਈ ਬਖਸ਼ਦਾ ਹੈ। ਮੈਂ ਅੰਦਲੇ ਹਰ ਟੇਕ ਟਿਕਾਈ, ਇਸ ਲਈ ਮੈਂ ਅੰਦਲੇ ਅੰਨੇ ਪਾ ਅਗਿਆਨੀ, ਮੈਂ ਅਗਿਆਨੀ ਨੇ ਤਾਂ ਹਰੀ 'ਤੇ ਟੇਕ ਰੱਖੀ ਹੋਈ ਹੈ, ਪਰਮਾਤਮਾ ਦਾ ਹੀ ਓਟ ਆਸਰਾ ਲਿਆ ਹੋਇਆ ਹੈ ਕਿ ਮੇਰਾ ਤਾਂ ਸਭ ਕੁਛ ਉਹੀ ਹੈ, ਉਹੀ ਮੇਰਾ ਭਲਾ ਕਰੇਗਾ। ਕਿਸੇ ਨੇ ਕਿਸੇ ਚੀਜ਼ ਦੀ ਟੇਕ ਲਈ ਹੋਏ, ਕਿਸੇ ਨੇ ਕਿਸੇ ਚੀਜ਼ ਦੀ, ਅਤੇ ਮੈਨੂੰ ਤਾਂ ਸਿਰਫ ਪਰਮਾਤਮਾ ਦਾ ਓਟ ਆਸਰਾ ਹੈ। ਗੌੜੀ ਗੁਆਰੇਰੀ ਮਹਿਲਾ ਚੌਥਾ। ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭੋਜਲ ਅਕਥ ਕਥਾ ਸੁਨ ਹਰ ਕੀ। ਨਿਰਗੁਣ ਕਥਾ, ਕਥਾ ਹਰ, ਹਰੀ ਦੀ ਜਿਹੜੀ ਕਥਾ ਹੈ ਇਹ ਨਿਰਗੁਣ ਹੈ, ਇਹ ਕੀਤੀ ਹੀ ਨਹੀਂ ਜਾ ਸਕਦੀ। ਪਰਮਾਤਮਾ ਦੀ ਸਿਫਤ ਸਲਾਹ ਇੰਨੀ ਕਥਾ ਮੈਨੇ ਸਿਫਤ ਸਲਾਹ, ਪਰਮਾਤਮਾ ਦੀ ਇੰਨੀਆਂ ਵਡਿਆਈਆਂ ਨੇ, ਪਰਮਾਤਮਾ ਦੀ ਏਡੀ ਵੱਡੀ ਸਿਫਤ ਸਲਾਹ ਕਿ ਉਹ ਸਾਰੀ ਦੀ ਸਾਰੀ ਕੀਤੀ ਹੀ ਨਹੀਂ ਜਾ ਸਕਦੀ। ਸੋ ਹਰੀ ਦੀ ਜਿਹੜੀ ਕਥਾ ਹੈ ਉਹ ਨਿਰਗੁਣ ਕਥਾ ਹੈ, ਉਹ ਸਾਰੀ ਦੀ ਸਾਰੀ ਨਹੀਂ ਵਰਣਨ ਕੀਤੀ ਜਾ ਸਕਦੀ। ਭਜ ਮਿਲ ਸਾਧੂ ਸੰਗਤ ਜਨ ਕੀ, ਹੇ ਮਨਾ ਤੂੰ ਕੀ ਕਰ, ਤੂੰ ਸਾਧੂਆਂ ਦੀ ਸੰਗਤ ਕਰ, ਉਹਨਾਂ ਨਾਲ ਮਿਲ ਕੇ ਤੂੰ ਪਰਮਾਤਮਾ ਦਾ ਨਾਮ ਜਪ, ਭਜਨ ਕਰ, ਤੂੰ ਪਰਮਾਤਮਾ ਦਾ ਨਾਮ ਜਪ। ਬਸ ਸਾਡਾ ਕੰਮ ਹੈ ਨਾਮ ਜਪੀ ਜਾਣਾ ਬਸ, ਕਿਉਂਕਿ ਨਾਮ ਨੇ ਹੀ ਸਾਨੂੰ ਅਸਲੀ ਗਿਆਨ ਕਰਾਉਣਾ। ਇੱਕ ਹੁੰਦਾ ਕਿਤਾਬੀ ਗਿਆਨ, ਆਪਾਂ ਬਾਣੀ ਪੜ੍ਹ ਲਈ, ਆਪਾਂ ਨੂੰ ਗਿਆਨ ਹੋ ਗਿਆ, ਇਹਨੂੰ ਕਹਿੰਦੇ ਨੇ ਕਿਤਾਬੀ ਗਿਆਨ। ਜਦੋਂ ਇਸ ਗਿਆਨ ਦੇ ਅਨੁਸਾਰ ਅਸੀਂ ਜੀਵਨ ਜਿਵੇਂ ਜਮਾਂਗੇ ਤਾਂ ਜੋ ਇਸ ਦੇ ਵਿੱਚ ਗਿਆਨ ਹੈ ਉਹ ਸਾਨੂੰ ਪ੍ਰਾਪਤ ਹੋ ਜਾਏਗਾ, ਉਹ ਸਾਡਾ ਗਿਆਨ ਹੋਏਗਾ। ਫਿਰ ਸਾਡਾ ਗਿਆਨ ਹੋਏਗਾ। ਹੁਣ ਤੇ ਗੁਰੂ ਦੇ ਗਿਆਨ ਦੀ ਗੱਲ ਹੋ ਰਹੀ ਹੈ। ਉਹ ਇਹ ਗਿਆਨ ਆਪਣਾ ਕਦੋਂ ਹੋਵੇਗਾ? ਜਦੋਂ ਇਸ ਗਿਆਨ ਦੇ ਅਨੁਸਾਰ ਅਸੀਂ ਜੀਵਨ ਜਿਉਂਦੇ ਰਹਾਂਗੇ। ਗਿਆਨ ਹੈ ਵੀ ਸਿਮਰਨ ਕਰੋ, ਫਿਰ ਕਰੋ। ਜੋ ਅਸੀਂ ਕਰਦੇ ਰਹਾਂਗੇ। ਗੁਰੂਆਂ ਨੂੰ ਦੋ ਗੱਲਾਂ ਕਰਕੇ ਹੀ ਪ੍ਰਾਪਤੀ ਹੋਈ ਹੈ, ਸੇਵਾ ਅਤੇ ਸਿਮਰਨ। ਗੁਰੂ ਨਾਨਕ ਦੇਵ ਜੀ ਜਿਹੜੇ ਧੁਰੋਂ ਆਏ, ਉਦੋਂ ਧੁਰੋਂ ਹੀ ਆਏ। ਉਹਨਾਂ ਇੱਥੇ ਆ ਕੇ ਕਿਸੇ ਹੋਰ ਗੁਰੂ ਦੀ ਨਹੀਂ ਕੋਈ ਸੇਵਾ ਕੀਤੀ। ਉਹਨਾਂ ਦਾ ਗੁਰੂ ਤਾਂ ਪਰਮਾਤਮਾ ਸੀ। ਬਾਕੀ ਜਿਵੇਂ ਦੂਸਰੇ, ਤੀਸਰੇ, ਚੌਥੇ ਪਾਤਸ਼ਾਹ ਨੇ, ਇਹਨੇ ਇੱਕ ਤਾਂ ਸੇਵਾ ਕੀਤੀ, ਇੱਕ ਸਿਮਰਨ ਕੀਤਾ। ਉਹਦੇ ਨਾਲ ਕੀ ਹੋਇਆ?
ਉਹਨਾਂ ਨੂੰ ਆਹੀ ਗਿਆਨ ਹੋ ਗਿਆ ਜੋ ਬਾਣੀ 'ਚ ਦਿੱਤਾ ਹੋਇਆ ਹੈ। ਉਹਨਾਂ ਨੇ ਗਿਆਨ ਹੋ ਗਿਆ, ਇਸ ਲਈ ਫਿਰ ਉਹਨਾਂ ਨੇ ਜੋ ਗਿਆਨ ਉਹਨਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੇ ਬਾਣੀ ਦੇ ਰੂਪ 'ਚ ਲਿਖਤਾ। ਸੋ ਸੇਵਾ ਜਦੋਂ ਅਸੀਂ ਕਰਦੇ ਹਾਂ ਤਾਂ ਜਿਹਦੀ ਸੇਵਾ ਕਰਦੇ ਹਾਂ ਉਹ ਖੁਸ਼ ਹੁੰਦਾ ਹੈ। ਜਦੋਂ ਸਿਮਰਨ ਕਰਦੇ ਹਾਂ ਤਾਂ ਫਿਰ ਜਿਹਦਾ ਸਿਮਰਨ ਕਰਦੇ ਉਹ ਖੁਸ਼ ਹੁੰਦਾ। ਸੇਵਾ ਨਾਲ ਗੁਰੂ ਖੁਸ਼ ਹੁੰਦਾ ਹੈ ਅਤੇ ਸਿਮਰਨ ਨਾਲ ਰੱਬ ਖੁਸ਼ ਹੁੰਦਾ ਹੈ। ਅਤੇ ਜਿਸ 'ਤੇ ਦੋਨੋਂ ਹੀ ਖੁਸ਼ ਹੋ ਜਾਣ ਹੁਣ ਤਾਂ ਮੌਜ ਹੀ ਮੌਜ ਹੈ, ਅਤੇ ਮੌਜ ਹੀ ਮੌਜ। ਸਿਮਰਨ ਕਰਨ ਦੇ ਨਾਲ ਗੁਰੂ ਵੀ ਖੁਸ਼ ਹੈ। ਅਤੇ ਕਿਉਂ? ਕਿਉਂਕਿ ਗੁਰੂ ਨੇ ਸਾਨੂੰ ਗੁਰਮੰਤਰ ਦਿੱਤਾ, ਅਤੇ ਜਦੋਂ ਅਸੀਂ ਗੁਰਮੰਤਰ ਦਾ ਜਾਪ ਕਰਦੇ ਹਾਂ ਗੁਰੂ ਮਹਾਰਾਜ ਨੂੰ ਖੁਸ਼ੀ ਹੁੰਦੀ ਹੈ ਕਿ ਜੋ ਮੈਂ ਸਿੱਖ ਨੂੰ ਕਿਹਾ ਸੀ ਉਹੀ ਕਰ ਰਿਹਾ ਹਾਂ। ਪਰਮਾਤਮਾ ਵੀ ਖੁਸ਼ ਹੁੰਦਾ ਵੀ ਇਹ ਮੇਰਾ ਨਾਮ ਜਪ ਰਿਹਾ ਹੈ। ਤੁਸੀਂ ਚਾਹੇ ਬਾਣੀ ਪੜ੍ਹੋ ਚਾਹੇ ਨਾਮ ਜਪੋ, ਤੁਹਾਡੇ 'ਤੇ ਪਰਮਾਤਮਾ ਵੀ ਖੁਸ਼ ਹੈ ਅਤੇ ਗੁਰੂ ਮਹਾਰਾਜ ਵੀ ਖੁਸ਼ ਹੈ। ਇਸ ਲਈ ਉਹ ਕਹਿੰਦੇ ਭਜ ਮਿਲ ਸਾਧੂ ਸੰਗਤ ਜਨ ਕੀ। ਸਾਧੂਆਂ ਦੀ ਸੰਗਤ ਜਾ ਕੇ ਤੂੰ ਪਰਮਾਤਮਾ ਦਾ ਨਾਮ ਜਪ। ਤਰ ਭੋਜਲ ਇਕੱਠ ਕਥਾ ਸੁਣ ਹਰ ਕੀ। ਪਰਮਾਤਮਾ ਦੀ ਵਡਿਆਈ ਸੁਣ ਸੁਣ ਕੇ, ਪਰਮਾਤਮਾ ਦੀ ਸਿਫਤ ਸਲਾਹ ਸੁਣ ਸੁਣ ਕੇ ਤੂੰ ਇਸ ਭਵ ਸਾਗਰ ਨੂੰ ਤਰ ਜਾ। ਅਸੀਂ ਜਿੱਥੇ ਨਾਮ ਜਪਦੇ ਹਾਂ ਉੱਥੇ ਸੁਣਦੇ ਵੀ ਹਾਂ। ਜੇ ਸੁਣਦੇ ਨਹੀਂ ਤਾਂ ਜਪਿਆ ਵੀ ਐਵੇਂ ਗਿਆ। ਐਕਚੁਅਲੀ ਸੁਣਨ ਦੀ ਜ਼ਿਆਦਾ ਮਹਾਨਤਾ ਹੈ ਜਪਣ ਨਾਲੋਂ। ਹੁਣ ਮੁੱਲਾ ਮਸੀਤ ਦੇ ਵਿੱਚ ਜਪਤੇ ਰਹੇ, ਕਰਤੇ ਰਹੇ, ਨਮਾਜ਼ ਪੜ੍ਹਤੇ ਰਹੇ, ਪਰ ਆਪ ਉਸ ਨਮਾਜ਼ ਨੂੰ ਸੁਣ ਨਹੀਂ ਰਿਹਾ। ਅਤੇ ਗੁਰੂ ਮਹਾਰਾਜ ਕੇ ਮੁੱਲਾ ਜੀ ਤੁਹਾਡੀ ਨਮਾਜ਼ ਅੱਲਾ ਦੇ ਦਰ 'ਤੇ ਪ੍ਰਵਾਨ ਹੀ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਇਹ ਨਮਾਜ਼ ਪੜ੍ਹੀ ਸੁਣੀ ਨਹੀਂ, ਐਵੇਂ ਹੀ ਗਈ। ਜਿੱਥੇ ਅਸੀਂ ਬਾਣੀ ਪੜ੍ਹਨੀ ਕੰਨਾਂ ਨਾਲ ਇਹਨੂੰ ਸੁਣਨਾ, ਕੰਨਾਂ ਦੇ ਨਾਲ ਇਸ ਨੂੰ ਸੁਣਨਾ ਤਾਂ ਫਲ ਮਿਲੂਗਾ। ਨਹੀਂ ਤਾਂ ਮੂੰਹ ਆਪਣਾ ਪੜ੍ਹੀ ਜਾ ਰਿਹਾ, ਮਨ ਜਿਹੜਾ ਹੈ ਜਿਹਨੇ ਸੁਣਨਾ ਸੀ ਉਹ ਬਾਜ਼ਾਰ ਫਿਰੀ ਜਾਂਦਾ। ਸੁਣਨਾ ਤਾਂ ਮਨ ਨੇ ਹੈ, ਕੰਨਾਂ ਨੇ ਨਹੀਂ ਸੁਣਨਾ। ਕੰਨਾਂ ਰਾਹੀਂ ਮਨ ਸੁਣਦਾ, ਕੰਨ ਨਹੀਂ ਸੁਣਦੇ। ਜਦੋਂ ਬੰਦੇ ਦਾ ਬੱਚੇ ਦਾ ਧਿਆਨ ਕਿਸੇ ਹੋਰ ਪਾਸੇ ਹੋਵੇ, ਬਾਪ ਨੂੰ ਕਹਿੰਦਾ ਤੂੰ ਆਹ ਕੰਮ ਕਰ, ਉਹ ਕਰਦੇ ਨਹੀਂ। ਉਹ ਫਿਰ ਬਾਪ ਨੂੰ ਬੋਲਦਾ ਉੱਚੀ, ਉਹ ਤੈਨੂੰ ਸੁਣਿਆ ਨਹੀਂ। ਬੰਦਾ ਸੁਣਦਾ ਨਹੀਂ ਹੈਗਾ। ਇਸ ਕਰਕੇ ਪ੍ਰਾਪਤੀ ਬੜੀ ਦੇਰ ਨਾਲ ਜਾ ਕੇ ਹੁੰਦੀ ਹੈ। ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਵਾਹਿਗੁਰੂ ਕਹਿੰਦੇ ਨੇ ਅਤੇ ਫਿਰ ਇਹਨੂੰ ਸੁਣਦੇ ਨੇ। ਵਾਹਿਗੁਰੂ ਕਹਿੰਦੇ ਨੇ, ਇਸ ਨੂੰ ਸੁਣਦੇ ਨੇ। ਬਾਣੀ ਪੜ੍ਹਦੇ ਨੇ, ਉਸ ਨੂੰ ਸੁਣਦੇ ਨੇ। ਤੁਸੀਂ ਨਿਤਨੇਮ ਕਰ ਰਹੇ ਹੋ, ਸੁਖਮਨੀ ਸਾਹਿਬ ਦਾ ਅੱਧੇ ਘੰਟੇ ਪੜ੍ਹ ਕੇ ਦਿੰਦੇ, ਕਿੰਨੇ ਕੁ ਸੁਣਿਆ ਵੀ ਤੁਸੀਂ? ਕਈ ਅੱਧੇ ਘੰਟੇ ਸਾਰਾ ਸੁਖਮਨੀ ਸਾਹਿਬ ਪੜ੍ਹ ਕੇ, ਕਿੰਨਾ ਕੁ ਤੁਸੀਂ ਸੁਣਿਆ ਬਈ? ਬਰਸ ਨਾ ਬੋਲੀ ਗਈ, ਆਪ ਭਾਵੇਂ ਪਤਾ ਕਿਤੇ ਫਿਰੀ ਜਾਓ। ਓਨਾ ਹੀ ਫਲ ਮਿਲਣਾ ਜਿੰਨਾ ਅਸੀਂ ਸੁਣ ਲਿਆ ਹੈ। ਤੁਸੀਂ 100 ਵਾਰ ਵਾਹਿਗੁਰੂ ਵਾਹਿਗੁਰੂ ਕਿਹਾ ਅਤੇ 40 ਵਾਰ ਤੁਸੀਂ ਉਸ ਨੂੰ ਸੁਣਿਆ ਤਾਂ ਸਮਝੋ ਤੁਹਾਨੂੰ 100 'ਚੋਂ 40 ਨੰਬਰ ਮਿਲ ਗਏ। 60 ਤਾਂ ਐਵੇਂ ਕਿ ਕੋਈ ਸੁਣੇ ਹੀ ਨਹੀਂ, ਸੁਣੇ ਨਹੀਂ, ਇਸ ਲਈ ਪਰਮਾਤਮਾ ਦਰ 'ਤੇ ਪ੍ਰਵਾਨ ਹੀ ਨਹੀਂ ਹੋਇਆ। ਚਾਹੇ ਸਿਮਰਨ ਥੋੜ੍ਹੀ ਦੇਰ ਕਰੋ, ਚਾਹੇ ਬਾਣੀ ਥੋੜ੍ਹੀ ਦੇਰ ਪੜ੍ਹੋ, ਪਰ ਜਿੰਨਾ ਸਮਾਂ ਕਰੋ ਉਨਾ ਧਿਆਨ ਨਾਲ ਕਰੋ। ਜ਼ਿੰਦਗੀ 'ਚ ਮਹਾਨਤਾ ਸਾਰੀ ਧਿਆਨ ਦੀ ਹੈ।
ਬੱਚੇ ਨੂੰ ਸਿਖਾਉਣਾ ਚਾਹੀਦਾ ਬਚਪਨ 'ਚ। ਤੁਰਨਾ ਧਿਆਨ ਨਾਲ ਤੁਰਨਾ, ਲਿਖਣਾ ਧਿਆਨ ਨਾਲ ਲਿਖਣਾ, ਸੁਣਨਾ ਧਿਆਨ ਨਾਲ ਸੁਣਨਾ, ਕੋਈ ਗੱਡੀ ਚਲਾਉਣੀ ਹੈ ਧਿਆਨ ਨਾਲ ਚਲਾਉਣੀ, ਬੋਲਣਾ ਧਿਆਨ ਨਾਲ ਬੋਲਣਾ ਹੈ। ਜੇ ਮਹਾਨਤਾ ਸਾਰੀ ਧਿਆਨ ਦੀ ਹੈ। ਮਹਾਂਪੁਰਖ ਦੀਵਾਨ ਲਾਉਂਦੇ ਨੇ, ਕਿੰਨੇ ਚੇਲੇ ਬਲ ਕੇ ਸਟੇਜ 'ਤੇ ਬੈਠੇ ਹੁੰਦੇ ਨੇ। ਜੋ ਮਹਾਂਪੁਰਖ ਬੋਲਦੇ ਨੇ, ਜੇ ਚੇਲੇ ਬਾਲ ਕੇ ਉਹਨੂੰ ਧਿਆਨ ਨਾਲ ਸੁਣਦੇ ਰਹਿਣ ਤਾਂ ਕਿਉਂ ਮਹਾਂਪੁਰਖਾਂ ਨੇ ਤਾਂ ਹਰ ਦੀਵਾਨ 'ਚ ਉਹੀ ਗੱਲਾਂ ਕਹਿਣੀਆਂ ਹੁੰਦੀਆਂ। ਇੱਥੇ ਵੀ ਉਹੀ ਗੱਲ ਕਹਿਣੀ ਹੈ, ਅੱਗੇ ਜਾ ਕੇ ਕਹਿਣੀ, ਅੱਗੇ ਜਾ ਕੇ ਵੀ ਉਹੀ ਕਹਿਣੀ ਹੈ। ਜੇ ਚੇਲੇ ਧਿਆਨ ਨਾਲ ਸੁਣ ਰਹਿਣ ਤਾਂ ਆਪ ਹੀ ਬਹੁਤ ਵਧੀਆ ਕਥਾਕਾਰ ਹੋ ਸਕਦੇ ਹਨ। ਆਪ ਹੀ ਵਧੀਆ ਕਥਾ। ਜਿਵੇਂ ਕਿ ਕਈ ਮਜ਼ਦੂਰ ਬੜੇ ਧਿਆਨ ਨਾਲ ਮਿਸਤਰੀ ਨੂੰ ਵੇਖਦੇ ਨੇ ਵੀ ਕਿਵੇਂ ਇੱਟਾਂ ਲਾਉਂਦਾ। ਫਿਰ ਜੋ ਲੈਂਟਰ ਪਾਉਣਾ ਸੀ, ਇਹਨੇ ਕੀ ਕੁਛ ਕੀਤਾ, ਇਹ ਕਿਵੇਂ ਲੈਂਟਰ ਪਾਇਆ, ਹੌਲੀ ਹੌਲੀ ਆਪ ਮਿਸਤਰੀ ਹੋ ਜਾਂਦੇ ਨੇ। ਅਤੇ ਜਿਹਨੇ ਵੇਖਣੇ ਨੇ ਮੇਰਾ ਕੰਮ ਤਾਂ ਇੱਟਾਂ ਢੋਣੇ ਦੇ ਗਾਰਾ ਢੋਣੇ, ਬਸ ਉਹ ਸਾਰੀ ਉਮਰ ਹੀ ਮਜ਼ਦੂਰ ਹੀ ਰਹੇ ਨੇ। ਉਹ ਸਾਰੀ ਉਮਰ ਮਜ਼ਦੂਰ ਹੀ ਰਹੇ, ਉਹ ਮਿਸਤਰੀ ਬਣਦੇ ਹੀ ਨਹੀਂ। ਕਿਉਂ? ਉਹਨਾਂ ਮਿਸਤਰੀ ਦੇ ਕੰਮ ਨੂੰ ਨਹੀਂ ਕਦੇ ਧਿਆਨ ਨਾਲ ਦੇਖਿਆ, ਉਹਨਾਂ ਧਿਆਨ ਨਾਲ ਕੰਮ ਹੀ ਨਹੀਂ ਵੇਖਿਆ। ਸੋ ਹਰ ਕੰਮ ਦੇ ਵਿੱਚ ਧਿਆਨ ਦੀ ਮਹਾਨਤਾ ਹੈ, ਘੰਟਿਆਂ ਦੀ ਮਹਾਨਤਾ ਨਹੀਂ ਹੈ। ਤੁਸੀਂ ਜਿਹੜਾ ਕੰਮ ਕੀਤਾ ਕਿੰਨੇ ਧਿਆਨ ਨਾਲ ਕੀਤਾ, ਇਹਦੀ ਮਹਾਨਤਾ ਹੈ। ਹੁਣ ਕਈ ਹੈ ਇੱਥੇ ਕਥਾ ਹੋ ਰਹੀ ਹੈ, ਹੋ ਸਕਦਾ ਕੋਈ ਬਾਜ਼ਾਰ ਗਿਆ ਹੋਵੇ, ਬੈਠਾ ਵਿਚਾਰਾ ਇੱਥੇ ਹੈ, ਧਿਆਨ ਬਾਜ਼ਾਰ 'ਚ ਗਿਆ ਹੈ। ਕੋਈ ਕੁੜੀ ਵਿਆਹੁਣੀ ਹੈ, ਬਾਜ਼ਾਰ 'ਚ ਕੱਪੜੇ ਖਰੀਦ ਰਿਹਾ ਹੈ, ਬੈਠਾ ਇੱਥੇ ਹੈ। ਕੋਈ ਘਰ 'ਚ ਮੁਸੀਬਤ ਖੜੀ ਹੋ ਗਈ ਹੈ, ਬੈਠਾ ਇੱਥੇ ਹੈ, ਧਿਆਨ ਘਰ ਵੱਲ। ਫਾਰਮੈਲਿਟੀ ਜ਼ਰੂਰ ਹੋ ਜਾਏਗੀ, ਹਾਂਜੀ ਮੈਂ ਸਤਸੰਗ ਕਰਕੇ ਆਇਆ। ਕਿੰਨਾ ਕੁ ਖਟਿਆ, ਜਿੰਨਾ ਕੁ ਸੁਣਿਆ, 5 ਮਿੰਟ ਸੁਣਿਆ, 10 ਮਿੰਟ ਸੁਣਿਆ, 15 ਮਿੰਟ, ਜਿੰਨੇ ਮਿੰਟ ਸੁਣਿਆ ਉਨਾ ਹੀ ਫਲ ਮਿਲਣਾ। ਘੰਟਾ ਦਾ ਨਹੀਂ ਮਿਲਣਾ। ਆਹ ਘੰਟੇ ਦਾ ਫਲ ਤਾਂ ਕਿਸੇ ਵਿਰਲੇ ਟਾਵੇਂ ਨੂੰ ਮਿਲਣਾ। ਵੀ ਉਹਨੇ ਘੰਟਾ ਸਾਰੀ ਕਥਾ ਧਿਆਨ ਨਾਲ ਸੁਣੀ ਹੈ, ਉਹ ਤਾਂ ਕੋਈ ਵਿਰਲਾ ਟਾਵਾਂ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਦਮਦਮਾ ਸਾਹਿਬ ਸੈਂਕੜੇ ਲੋਕਾਂ ਨੇ ਸੁਣੀ, ਪਰ ਉਹਨਾਂ 'ਚ 48 ਬੰਦੇ ਐਸੇ ਸਨ ਜਿਨ੍ਹਾਂ ਨੇ ਸਾਰੀ ਦੀ ਸਾਰੀ ਕਥਾ ਸੁਣੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ, ਔਰ ਇੰਨੇ ਧਿਆਨ ਨਾਲ ਸੁਣੀ ਕਿ ਉਹ ਕਥਾ ਸੁਣਦੇ ਸੁਣਦੇ ਹੀ ਬ੍ਰਹਮ ਗਿਆਨੀ ਹੋ ਗਏ। ਉਹ ਬਦੇ ਹੋ ਗਏ, ਸਰੀਰ ਹੀ ਤਿਆਗ ਤਾ ਉਹਨਾਂ ਨੇ, ਸੱਚਖੰਡ ਨੂੰ ਜਾ ਰਹੇ ਨੇ। ਇਹ ਹੈ ਧਿਆਨ ਦੀ ਮਹਾਨਤਾ। ਸੋ ਇਸ ਲਈ ਇਹ ਨਾ ਕਿ ਮੈਂ 5 ਸੁਖਮਨੀ ਸਾਹਿਬ ਦੇ ਪਾਠ ਕਰ ਲੈ, ਸਤ ਕਰ ਲੈ, ਨਹੀਂ, ਇਸ ਨਾਲ ਕੋਈ, ਚਾਹੇ ਇੱਕ ਕਰੋ, ਉਹਨੂੰ ਧਿਆਨ ਨਾਲ ਕਰੋ, ਬਸ। ਮਹਾਨਤਾ ਧਿਆਨ ਦੀ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਤਰ ਭੋਜਲ ਕਥ ਕਥਾ ਸੁਣ ਹਰ ਕੀ, ਤੂੰ ਹਰੀ ਦੀ ਸਿਫਤ ਸਲਾਹ ਸੁਣ। ਕਥਾ ਸਿਫਤ ਸਲਾਹ, ਇਸ ਤਰ੍ਹਾਂ ਤੋਂ ਇਸ ਭਾਵ ਸਾਗਰ ਨੂੰ ਤਰ ਜਾਏ। ਗੋਬਿੰਦ ਸਤ ਸੰਗਤ ਮੇਲਾਏ, ਹਰ ਰਸ ਰਸਨਾ ਰਾਮ ਗੁਣ ਗਾਏ। ਹੇ ਪਰਮਾਤਮਾ, ਗੋਬਿੰਦ ਜਦ ਦੱਦੇ ਨੌਕੜ ਨਹੀਂ ਲੱਗਾ, ਇਹਦਾ ਮਤਲਬ ਹੇ ਪਰਮਾਤਮਾ। ਜਿਵੇਂ ਨਾਨਕ ਹੈ, ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ, ਹੇ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਮੈਂ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕੇ ਸਿਹਾਰੀ, ਨਾਨਕ ਨੇ ਜਾਂ ਨਾਨਕ ਨੂੰ। ਉਚਾਰਨ ਤਿੰਨਾਂ ਦੇ ਨਾਨਕ ਨੇ, ਅਰਥਾਂ 'ਚ ਫਰਕ ਹੈ। ਜੇ ਦੱਦੇ ਨੂੰ ਔਂਕੜ ਹੁੰਦਾ, ਫਿਰ ਆਪਾਂ ਕਹਿੰਦੇ ਪਰਮਾਤਮਾ ਜੀਵ ਨੂੰ ਸਤ ਸੰਗਤ 'ਚ ਮਿਲਾਉਂਦਾ ਹੈ, ਫਿਰ ਇਹ ਅਰਥ ਕਰਦੇ। ਇੱਥੇ ਦੱਦੇ ਨੂੰ ਔਂਕੜੇ ਪਰਮਾਤਮਾ ਨੂੰ ਆਵਾਜ਼ ਮਾਰੀ ਕਿਹਾ, ਪਰਮਾਤਮਾ ਨੂੰ
ਗੋਬਿੰਦ ਸਤ ਸੰਗਤ ਮਿਲਾਏ। ਹੇ ਪ੍ਰਮਾਤਮਾ ਮੈਨੂੰ ਸਤ ਸੰਗਤ 'ਚ ਮਿਲਾ ਦੇ। ਫਿਰ ਕੀ ਕਰੇਗਾ? ਫਿਰ ਆਪੇ ਹੀ ਜਵਾਬ ਦਿੰਦੇ ਨੇ, ਹਰ ਰਸ ਰਸਨਾ ਰਾਮ ਗੁਣ ਗਾਏ। ਤਾਂ ਜੋ ਮੇਰੀ ਰਸਨਾ, ਮੇਰੀ ਜੀਵ ਪਿਆਰ ਸਹਿਤ, ਸਵਾਦ ਸਹਿਤ ਪਰਮਾਤਮਾ ਦੇ ਗੁਣ ਗਾਉਂਦੀ ਰਹੇ ਬਸ। ਕਿਉਂਕਿ ਸਤ ਸੰਗਤ ਦੇ ਵਿੱਚ ਆ ਕੇ ਗੁਣ ਗਾਉਣੇ ਨੇ। ਤੁਸੀਂ ਕੁਝ ਦਿਨਾਂ ਲਈ ਸਤ ਸੰਗਤ ਛੱਡ ਦਿਓ, ਤੁਹਾਡੀ ਭਜਨ ਬੰਦਗੀ ਫਰਕ ਪੈ ਜਾਏਗਾ। ਤੁਸੀਂ ਹੌਲੀ ਹੌਲੀ ਢਿੱਲੇ ਪੈ ਜਾਓਗੇ। ਸਤ ਸੰਗਤ 'ਚ ਆਉਣ ਨਾਲ ਰੋਜ਼ ਸਾਨੂੰ ਪ੍ਰੇਰਨਾ ਮਿਲਦੀ, ਹਰ ਰੋਜ਼। ਔਰ ਮੈਂ ਦੇਖਿਆ 37 ਸਾਲ ਟੀਚਰ ਹੈ, ਇਹ ਜਿਹੜੀ ਪ੍ਰੇਰਨਾ ਹੈ ਨਾ, ਇਹ ਬੱਚਿਆਂ ਤੋਂ ਤਰੱਕੀ ਕਰਾਉਂਦੀ ਹੈ। ਪ੍ਰੇਰਨਾ ਮਿਲਣਾ ਜ਼ਰੂਰੀ ਹੈ, ਸ਼ਾਬਾਸ਼ ਮਿਲਣਾ ਜ਼ਰੂਰੀ ਹੈ। ਬੱਚੇ ਨੇ ਬਹੁਤ ਚੰਗਾ ਕੰਮ ਕੀਤਾ, ਅਸੀਂ ਉਹਨੂੰ ਕੋਈ ਸ਼ਾਬਾਸ਼ ਹੀ ਨਹੀਂ ਦਿੱਤੀ, ਉਹਨੂੰ ਸਵਾਦ ਹੀ ਨਹੀਂ ਆਉਂਦਾ ਕੰਮ ਕਰਨ ਨੂੰ। ਉਹਨੇ ਕੋਈ ਚੰਗਾ ਕੰਮ ਕੀਤਾ, ਉਹਨੂੰ ਸ਼ਾਬਾਸ਼ ਦਿੱਤੀ। ਸ਼ਾਬਾਸ਼ੀ ਬੜੀ ਜ਼ਰੂਰੀ, ਕੋਈ ਇਨਾਮ ਦਿੱਤਾ ਜਾਵੇ, ਸ਼ਾਬਾਸ਼ੀ ਬੜੇ ਪਿਆਰ ਨਾਲ ਉਹਦੀ ਪਿੱਠ 'ਤੇ ਹੱਥ ਫੇਰ ਦਿਓ, ਸ਼ਾਬਾਸ਼ ਦਿਓ ਵੀ ਆ ਕਾਕਾ ਤੂੰ ਬਹੁਤ ਵਧੀਆ ਕੰਮ ਕੀਤਾ, ਕਿੰਨੀ ਖੁਸ਼ੀ ਹੁੰਦੀ। ਇਸੇ ਤਰ੍ਹਾਂ ਹੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ, ਤਾਂ ਜੋ ਮਨੁੱਖ ਤਰੱਕੀ ਕਰਦਾ ਰਹੇ। ਝਿੜਕਣ ਨਾਲ ਨਹੀਂ ਬਹੁਤੀ ਗੱਲ ਬਣਦੀ, ਪ੍ਰੇਰਨਾ ਨਾਲ ਹੀ ਤਰੱਕੀ ਹੁੰਦੀ। ਹਾਂ ਵੀ ਸ਼ਾਬਾਸ਼ ਹੈ, ਅੱਛਾ ਐਤਕੀ ਤੂੰ 60% ਨੰਬਰ ਲੈ ਨਾ, ਇਹ ਨਹੀਂ ਕਹਿਣਾ ਜਾ ਆਇਆ ਤੂੰ ਘੱਟ ਨੰਬਰ ਲੈਣੇ। ਲੈ ਕਾਕਾ ਅਗਲੇ ਮਹੀਨੇ ਫਿਰ ਟੈਸਟ ਹੋਣਾ, ਤੂੰ 60 ਤੋਂ ਵੱਧ ਲੈਣੇ ਨੇ। ਉਹ ਮੰਨ ਲਓ 62% ਰਹਿ ਗਿਆ, ਸ਼ਾਬਾਸ਼ ਹੈ, ਵੈਰੀ ਗੁੱਡ। ਹਾਂ ਪਹਿਲਾਂ ਨਾਲ 2% ਵੱਧ ਆ ਗਏ ਨੇ, ਅਗਲੀ ਵਾਰ ਹੋਰ ਲਾ ਜ਼ੋਰ। ਇਸੇ ਕਰ ਲੈ ਜਾ। ਬਰਾੜੇ ਮੈਂ ਆ ਕੇ ਲੱਗਾ ਟੀਚਰ, 8ਵੀਂ ਦੀ ਮੈਨੂੰ ਇੰਗਲਿਸ਼ ਦੇ ਦਿੱਤੀ ਪੜ੍ਹਾਉਣੀ। 2-3 ਦਿਨ ਹਾਜ਼ਰੀ ਲਾਈ ਉੱਥੇ, ਇੰਨੇ ਚਿਰ ਨੂੰ ਛਮਾਹੀ ਪੇਪਰ ਹੋ ਗਏ। ਇੱਕ ਲੜਕੀ ਜਿਹੜੀ ਹੈ ਉਹ 28 ਨੰਬਰ ਲਏ ਉਹਨੇ 100 'ਚੋਂ ਇੰਗਲਿਸ਼ 'ਚ। ਮੈਂ ਕੁੜੀ ਤੇ ਰੱਖੀ ਨਾ ਕਿ ਮੇਰਾ ਨਾਮ ਮਨਜੀਤ ਕੌਰ ਹੈ। ਮੈਂ ਭਰੇ ਇਸ ਕਲਾਸ 'ਚ ਉਹਨੂੰ ਕਿਹਾ, ਮੈਨੂੰ ਖੁਸ਼ੀ ਹੈ ਬੀਬਾ, ਮੇਰੀ ਇੱਕੋ ਇੱਕ ਭੈਣ ਹੈ, ਉਹਦਾ ਨਾਮ ਮਨਜੀਤ ਕੌਰ ਹੈ, ਅਤੇ ਤੇਰਾ ਵੀ ਨਾਮ ਮਨਜੀਤ ਕੌਰ ਹੈ। ਅੱਜ ਤਾਂ ਤੂੰ ਮੇਰੀ ਛੋਟੀ ਭੈਣ ਹੋਈ। ਫਿਰ ਬੱਚੇ ਚਿਹਰੇ ਵੱਲ ਵੇਖਿਆ, ਉਹਨੂੰ ਬੜੀ ਖੁਸ਼ੀ ਹੋਈ ਵੀ ਸਰ ਨੇ ਮੈਨੂੰ ਆਪਣੀ ਛੋਟੀ ਭੈਣ ਬਣਾ ਲਿਆ। ਫਿਰ ਮੈਂ ਦੂਜੇ ਦਿਨ ਨੂੰ ਅੱਡ ਸੱਦਿਆ ਉਹਨੂੰ, ਜੇ ਮੈਂ ਇਕੱਲਾ ਬੈਠਾ। ਮੈਂ ਦੇਖ ਹੁਣ ਤੂੰ ਮੇਰੀ ਹੋ ਗਈ ਭੈਣ, ਜੇ ਤੂੰ ਹੁਸ਼ਿਆਰ ਨਾ ਹੋਈ ਤਾਂ ਉਹ ਕਹਿਣਗੇ ਸਰ ਦੀ ਤਾਂ ਭੈਣ ਹੀ ਕਮਜ਼ੋਰ ਹੈ। ਵੀ ਹਾਂ ਹੁਣ ਤੂੰ ਆਪਣੇ ਭਰਾ ਦੀ ਲਾਜ ਰੱਖਣੀ ਹੈ। ਲਓ ਜੀ ਕਰਦਿਆਂ ਤਰੱਕੀ ਕਰਦਿਆਂ ਉਸ ਵੇਲੇ ਸਕੂਲ ਦਾ ਰਿਕਾਰਡ 92 ਨੰਬਰਾਂ ਦਾ ਸੀ ਇੰਗਲਿਸ਼ ਦਾ, 8ਵੀਂ ਦਾ। ਉਹਨੇ ਇੰਗਲਿਸ਼ 'ਚ 93 ਨੰਬਰ ਲਏ, ਸਕੂਲ ਦਾ ਰਿਕਾਰਡ ਤੋੜਦਾ। 27 ਨੰਬਰ ਲੈਣ ਵਾਲੀ ਕੁੜੀ ਤਰੱਕੀ ਕਰਦੀ 93 ਤੇ ਪਹੁੰਚੀ। ਤਾਂ ਮੈਂ ਦੇਖਿਆ ਵੀ ਜਿਹੜੀ ਪ੍ਰੇਰਨਾ ਹੈ, ਪਿਆਰ ਹੈ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਕਿੱਥੋਂ ਦਾ ਕਿੱਥੇ ਚੱਕ ਕੇ ਲਾਉਣੀ ਚੀਜ਼ ਸਾਨੂੰ। ਫਿਰ ਮੈਂ ਕਿਹਾ ਸ਼ਾਬਾਸ਼ ਹੈ ਵੀ ਤੂੰ ਆਪਣੇ ਭਰਾ ਦੀ ਲਾਜ ਰੱਖਦੀ ਹੁੰਦੀ। ਸੋ ਗੁਰੂ ਮਹਾਰਾਜ ਕਹਿੰਦੇ ਗੋਬਿੰਦ ਸਤ ਸੰਗਤ ਮਿਲਾਏ। ਹੇ ਪ੍ਰਮਾਤਮਾ ਮੈਨੂੰ ਸਤ ਸੰਗਤ 'ਚ ਮਿਲਾ। ਹਰ ਰਸ ਰਸਨਾ ਰਾਮ ਗੁਣ ਗਾ, ਤਾਂ ਜੋ ਮੇਰੀ ਰਸਨਾ ਰਸ ਪਿਆਰ ਸਹਿਤ ਪਰਮਾਤਮਾ ਦੇ ਗੁਣ ਗਾਏ। ਰਹਾਉ ਜੋ ਜਨ ਧਿਆਵੇਂ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮ ਰਾਮਾ, ਜਨ ਕੀ ਸੇਵਾ ਊਤਮ ਕੰਮ। ਕਹਿੰਦੇ ਜੋ ਜਨ ਧਿਆਵੇਂ ਹਰ ਹਰ ਨਾਮਾ, ਜੋ ਵਿਅਕਤੀ ਪਰਮਾਤਮਾ ਦਾ ਨਾਮ ਜਪਦੇ ਹਨ, ਤਿਨ ਦਾਸਨ ਦਾਸ ਕਰੋ ਹਮ ਰਾਮਾ,
ਹੇ ਪਰਮਾਤਮਾ ਮੈਨੂੰ ਉਹਦੇ ਨੌਕਰਾਂ ਦੇ ਨੌਕਰ ਬਣਾ ਦੇ ਹੁਣ, ਜਿਹੜੇ ਤੇਰਾ ਨਾਮ ਜਪਦੇ ਨਾ। ਚਲੋ ਜੇ ਮੈਨੂੰ ਤੂੰ ਉਹਦੇ ਨੌਕਰ ਨਹੀਂ ਨਾ ਬਣਾ ਸਕਦਾ, ਉਹਦੇ ਅੱਗੋਂ ਨੌਕਰ ਦਾ ਨੌਕਰ ਬਣਾ ਦੇ ਮੈਨੂੰ, ਤਾਂ ਜੋ ਮੈਂ ਵੀ ਨਾਮ ਜਪ ਸਕਾਂ। ਕਹਿੰਦੇ ਚਲੋ ਦਾਸ ਨਹੀਂ ਤੂੰ ਮੈਨੂੰ ਤਾਂ ਬਣਨਾ, ਦਾਸ ਦਾ ਦਾਸ ਹੀ ਬਣਾ ਦੇ। ਜਨ ਕੀ ਸੇਵਾ ਉੱਤਮ ਕੰਮ, ਕਿਉਂਕਿ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਉਹਦੀ ਸੇਵਾ ਕਰਨੀ ਸਭ ਤੋਂ ਉੱਤਮ ਕੰਮ ਹੈ। ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲੇ ਦੀ ਸੇਵਾ ਕਰਨਾ ਇਹ ਬਹੁਤ ਉੱਤਮ ਕੰਮ ਹੈ। ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਭਾਵੈ, ਜਨ ਪਗ ਰੇਨ ਵਡਭਾਗੀ ਪਾਵੇ। ਕਹਿੰਦੇ ਜੋ ਹਰ ਕੀ ਹਰ ਕਥਾ ਸੁਣਾਵੇ, ਜਿਹੜਾ ਮੈਨੂੰ ਪਰਮਾਤਮਾ ਦੀ ਸਿਫਤ ਸਲਾਹ ਸੁਣਾਏਗਾ ਨਾ, ਸੋ ਜਨ ਹਮਰੇ ਮਨ ਚਿਤ ਭਾਵੈ, ਉਹ ਵਿਅਕਤੀ ਮੇਰੇ ਮਨ ਨੂੰ ਚੰਗਾ ਲੱਗਦਾ। ਜਿਹੜਾ ਵਿਅਕਤੀ ਮੈਨੂੰ ਪਰਮਾਤਮਾ ਦੀ ਸਿਫਤ ਸਲਾਹ ਸੁਣਾਉਂਦਾ ਉਹ ਵਿਅਕਤੀ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਜਨ ਪਗ ਰੇਨ ਵਡਭਾਗੀ ਪਾਵੇ, ਇਹੋ ਜਿਹੇ ਭਗਤੀ ਕਰਨ ਵਾਲੇ ਜਿਹੜੇ ਜਨ ਨੇ, ਇਹਨਾਂ ਦੀ ਰੇਨ ਦੇ ਚਰਨ ਧੂੜ, ਪਗ ਮਨੇ ਪੈਰ, ਧਰਮ ਦੇ ਵਿੱਚ ਪੈਰਾਂ ਨੂੰ ਚਰਨ ਕਹਿੰਦੇ, ਉਹ ਤਾਂ ਪੈਰ ਹੀ ਹੁੰਦੇ ਨੇ। ਸਤਿਕਾਰ ਵਜੀ ਕਿ ਬਾਬਾ ਜੀ ਸਾਡੇ ਘਰ ਚਰਨ ਪਾਇਓ ਜੀ, ਇਹ ਨਹੀਂ ਕਿ ਸਾਡੇ ਘਰ ਪੈਰ ਪਾਇਓ। ਸਤਿਕਾਰ ਹੈਣ ਤੇ ਪੈਰ ਹੀ, ਉਹ ਚਰਨ ਕਿਉਂ ਬਣ ਗਏ? ਸਵਾਲ ਤਾਂ ਇਹ ਬਈ ਉਹ ਸਾਧੂਆਂ ਦੇ ਚਰਨ ਪਾਉਂਦਾ ਘਰ, ਬਈ ਕਿਉਂ ਪਾਉਂਦਾ? ਗੁਰਬਾਣੀ ਕਹਿੰਦੀ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋ। ਜਿੱਥੇ ਗੁਰੂ ਮਹਾਰਾਜ ਕੋਈ ਮਹਾਤਮਾ ਚਰਨ ਤਾਂ ਪੈਰ ਧਰਦਾ ਨਾ, ਉਹ ਤਾਂ ਥਾਂ ਹੀ ਪੂਜਣਯੋਗ ਹੋ ਜਾਂਦੀ, ਵੀ ਉਹ ਪਵਿੱਤਰ ਹੋ ਜਾਏਗਾ। ਸਾਧੂਆਂ ਦੇ ਚਰਨ ਤਾਂ ਪਾਉਂਦੇ ਸਾਡਾ ਘਰ ਪਵਿੱਤਰ ਹੋ ਜਾਵੇ। ਆਪਾਂ ਗੁਰੂ ਮਹਾਰਾਜ ਦਾ ਜੇ ਘਰ ਪਾਠ ਕਰਾਉਣੇ ਆ, ਗੁਰੂ ਮਹਾਰਾਜ ਆਉਂਦੇ ਨੇ ਵੀ ਸਾਡਾ ਘਰ ਪਵਿੱਤਰ ਹੋ ਜਾਏ। ਘਰ ਪਵਿੱਤਰ, ਜਿੱਥੇ ਸਾਧੂ ਬੈਠ ਜਾਂਦਾ ਥਾਂ ਪਵਿੱਤਰ ਹੋ ਜਾਂਦੀ ਹੈ। ਸ਼ਿਵ ਜੀ ਮਹਾਰਾਜ ਤੇ ਪਾਰਵਤੀ ਆਕਾਸ਼ 'ਤੇ ਜਾ ਰਹੇ। ਸ਼ਿਵ ਜੀ ਮਹਾਰਾਜ ਆਪਣਾ ਉੱਡਣ ਖਟੋਲਾ ਹੇਠਾਂ ਉਤਾਰਿਆ। ਪਾਰਵਤੀ ਨੂੰ ਕਹਿੰਦੇ ਪਾਰਵਤੀ ਤੂੰ ਬੈਠ, ਮੈਂ ਆਉਣਾ। ਸ਼ਿਵ ਜੀ ਮਹਾਰਾਜ ਥੋੜ੍ਹੀ ਦੂਰ ਗਏ, ਰੜਾ ਮੈਦਾਨ ਸੀ, ਉੱਥੇ ਜਾ ਕੇ ਮੱਥਾ ਟੇਕ ਕੇ ਵਾਪਸ ਆ ਗਏ। ਪਾਰਵਤੀ ਕਹਿੰਦੇ ਸੁਆਮੀ ਜੀ ਉੱਥੇ ਕੋਈ ਸਾਧੂ ਤਾਂ ਹੈ ਨਹੀਂ ਸੀ, ਤੁਸੀਂ ਕਿਹਨੂੰ ਮੱਥਾ ਟੇਕ ਕੇ ਆਏ ਹੋ? ਕਹਿੰਦੇ ਪਾਰਵਤੀ ਅੱਜ ਤੋਂ 200 ਸਾਲ ਪਹਿਲਾਂ ਉਸ ਥਾਂ 'ਤੇ ਬੈਠ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ, ਉਹ ਥਾਂ ਹੋ ਗਈ ਪਵਿੱਤਰ। ਮੈਂ ਤਾਂ ਗਿਆ ਸੀ, ਹੇ ਧਰਤੀਏ ਤੂੰ ਕਿੰਨੇ ਭਾਗਾਂ ਵਾਲੀ ਹੈ, ਤੇਰੇ 'ਤੇ ਬੈਠ ਕੇ ਸਾਧੂਆਂ ਨੇ ਭਜਨ ਬੰਦਗੀ ਕੀਤੀ ਹੈ, ਤਾਂ ਕਹਿੰਦੇ ਮੱਥਾ ਟੇਕਣ ਗਿਆ ਸੀ। ਕਿੰਨਾ ਕਿੰਨਾ ਸਮਾਂ ਧਰਤੀ ਪਵਿੱਤਰ ਰਹਿੰਦੀ ਹੈ, ਪਰ ਅਸੀਂ ਮੂਰਖ ਹਾਂ। ਨਵਾਂ ਘਰ ਪਾਇਆ, ਬੜੀ ਖੁਸ਼ੀ ਹੈ, ਰਿਸ਼ਤੇਦਾਰ ਦੋਸਤ ਮਿੱਤਰ ਸੱਦੇ ਨੇ ਵੀ ਅਖੰਡ ਪਾਠ ਰਖਾਇਆ, ਅਖੰਡ ਪਾਠ ਰਖਾ ਲਿਆ। ਬਾ ਗੁਰੂ ਮਹਾਰਾਜ ਦਾ ਸਰੂਪ ਜਾਣ ਦੀ ਦੇਰ ਹੈ। ਜਿਸ ਕਮਰੇ 'ਚ 48 ਘੰਟੇ ਗੁਰੂ ਮਹਾਰਾਜ ਬੈਠੇ ਸੀ, ਉੱਥੇ ਬੋਤਲਾਂ ਖੋਲ੍ਹ ਕੇ ਬਹਿ ਜਾਂਦੇ, ਅਤੇ ਫਿਰ ਉਸ ਘਰ ਨੂੰ ਅਸੀਂ ਮੁੜ ਕੇ ਅਪਵਿੱਤਰ ਕਰ ਲੈਂਦੇ। ਫਿਰ ਜੈਸਾ ਪਾਠ ਕਰਾਇਆ ਜੈਸਾ ਨਾ ਕਰਾਇਆ। ਗੁਰੂ ਮਹਾਰਾਜ 50-52 ਘੰਟੇ ਬੈਠੇ, ਕਿਉਂ ਕਈ ਵਾਰੀ ਕੀਰਤਨ ਵੀ ਮਗਰੋਂ। ਜਿੱਥੇ ਗੁਰੂ ਮਹਾਰਾਜ ਇੰਨੇ ਘੰਟੇ ਬੈਠ ਜਾਣਗੇ ਥਾਂ ਪਵਿੱਤਰ ਹੋ ਜਾਂਦੀ ਹੈ, ਪਰ ਅਸੀਂ ਮੂਰਖ ਹਾਂ, ਸਾਨੂੰ ਇਹ ਗਿਆਨ ਹੀ ਨਹੀਂ ਹੈਗਾ। ਅਸੀਂ ਉਸ ਥਾਂ ਨੂੰ ਫਿਰ ਮੁੜ ਕੇ ਪਵਿੱਤਰ ਕਰ ਲੈਂਦੇ। ਭਾਈ ਸਾਹਿਬ ਮੇਰੀਆਂ ਗੱਲਾਂ ਸੁਣਦੇ ਹੁੰਦੇ ਸੀ, ਉਹ ਪਹਿਲਾਂ ਘਨੌਰ ਰਹਿੰਦੇ ਸੀ, ਫਿਰ ਉਹਨਾਂ ਨੇ ਇੱਥੇ ਆ ਕੇ ਘਰ ਪਰ ਮੇਰੀ ਡਿਊਟੀ ਲਾ ਤੀ ਵੀ ਤੂੰ
ਮੈਂ ਤੈਨੂੰ ਪੈਸੇ ਦੇਈ ਚੱਲਾਂਗਾ, ਤੂੰ ਆਪਣੇ ਘਰ ਪਾਇਆ ਹੋਇਆ ਹੈ ਅਤੇ ਮੈਂ ਜੇ ਸਰਵਿਸ ਕਰਦਾ ਤੂੰ ਮੇਰਾ ਘਰ ਪਾ ਦੇ। ਚਲੋ ਜੀ, ਪਹਿਲੇ ਦਿਨ ਸੱਦ ਲਿਆ ਜਿਹਦੇ ਨੀਹਾਂ ਪੱਟਣੀਆਂ ਸਨ, ਆ ਜਾਓ ਜੀ। ਫਿਰ ਮੋਦੇ ਸੱਦਿਆ ਜਿਹਦੇ ਲੈਂਟਰ ਪੈਣਾ ਸੀ। ਫਿਰ ਮੈਂ ਕਿਹਾ ਵੀ ਤੁਹਾਡਾ ਸਾਰਾ ਘਰ ਤਿਆਰ ਹੋ ਗਿਆ, ਰੰਗ ਰੋਗਨ ਹੋ ਗਿਆ ਹੈ, ਬਈ ਪ੍ਰਵੇਸ਼ ਕਰਨ ਤੋਂ ਪਹਿਲਾਂ ਪਾਠ ਕਰਾਉਣਾ? ਕਿ ਨਾ, ਮੈਂ ਨਹੀਂ ਕਰਾਉਣਾ। ਮੈਂ ਕਿਉਂ? ਕਿ ਤੂੰ ਕਥਾ 'ਚ ਕਹਿੰਦਾ ਨਹੀਂ ਬਈ ਲੋਕ ਅਖੰਡ ਪਾਠ ਕਰਾਉਂਦੇ ਰਹੇ, ਮੁੜ ਕੇ ਉੱਥੇ ਬੋਤਲ ਖੋਲ੍ਹ ਲੈਂਦੇ ਨੇ ਅਤੇ ਅਪਵਿੱਤਰ ਕਰਦੇ ਨੇ, ਜੈਸਾ ਕਰਾਇਆ ਜੈਸਾ ਨਾ ਕਰਾਇਆ। ਕਹਿੰਦਾ ਦੇਖ ਭਰਾ, ਆਪਾਂ ਤਾਂ ਪੀਣੀ ਹੈ, ਅਤੇ ਫਿਰ ਕੀ ਫਾਇਦਾ? ਹਿਸਾਬ ਲਾ ਕੇ ਕਹਿੰਦਾ ਉਸ ਜ਼ਮਾਨੇ ਦਾ ਕਹਿੰਦੇ ਇੰਨੀਆਂ ਬੋਤਲਾਂ ਆਉਣਗੀਆਂ, ਆਪਣਾ ਪੀਵਾਂਗੇ, ਮੌਜ ਕਰ, ਜ਼ਰੂਰੀ ਇੱਥੇ ਪਾਠ ਕਰਾਉਣਾ ਜੀ, ਮੁੜ ਕੇ ਅਪਵਿੱਤਰ ਹੀ ਕਰਨਾ ਉਹਨੂੰ। ਅਤੇ ਮੈਂ ਕਿਹਾ ਠੀਕ ਤੁਸੀਂ ਕਹਿੰਦੇ ਵੀ ਨਾ ਕਰੋ। ਉਹਨਾਂ ਦੇ ਮਰਨ ਤੋਂ ਬਾਅਦ ਹੀ ਅਸੀਂ ਉਹਨਾਂ ਦੇ ਘਰ ਪਾਠ ਕਰਾਇਆ, ਉਹ ਤਾਂ ਕਰਾਉਣਾ ਹੀ ਕਰਾਉਣਾ ਸੀ, ਉਹਨਾਂ ਨੇ ਕਰਾਇਆ। ਕਹਿੰਦੇ ਜਦੋਂ ਮੁੜ ਕੇ ਅਪਵਿੱਤਰ ਹੀ ਕਰ ਲੈਣਾ ਫਿਰ ਫਾਇਦਾ ਕੀ? ਜਿਹੋ ਜਿਹਾ ਹੈ ਰਹਿਣ ਦਿਓ, ਇਹ ਜੀ ਉਹੋ ਜਿਹੇ ਰਹਿਣ ਦਿਓ। ਸੋ ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਐਵੇਂ ਜ਼ਿੰਦਗੀ ਫਾਰਮੈਲਿਟੀਆਂ ਨਹੀਂ ਕਰੀਦੀਆਂ ਹੁੰਦੀਆਂ। ਸੋ ਜਦੋਂ ਇੱਕ ਵਾਰੀ ਘਰ ਪਵਿੱਤਰ ਹੋ ਜਾਏ, ਕੋਸ਼ਿਸ਼ ਕਰੋ ਉਹਨੂੰ ਪਵਿੱਤਰ ਹੀ ਰੱਖਣ ਦੀ। ਇੱਕ ਵਾਰ ਇੱਕ ਮਹਾਂਪੁਰਖ ਆ ਗਏ, ਉਪਲੀ ਪਿੰਡ ਹੈ ਆਪਣਾ ਸਰਹੰਦ ਦੇ, ਸਰਹੰਦ ਤੋਂ ਆਪਾਂ ਰਾਜਪੁਰ ਦੇ ਸਰਹੰਦ ਨੂੰ ਆਈਏ, ਰਾਜਪੁਰ ਉੱਥੇ ਮਹਾਂਪੁਰਖ ਸਨ। ਹਾਂਜੀ, ਅੰਮ੍ਰਿਤ ਸਿੰਘ ਨਹੀਂ ਨਹੀਂ ਉਹ ਨਹੀਂ, ਹਾਂ ਔਰ ਚਲੋ ਹਾਂ ਉੱਥੇ ਅਮਰ ਸਿੰਘ ਰਹਿੰਦੇ ਸੀ। ਚਲੋ ਉਹਨਾਂ ਪ੍ਰੇਮ ਸੀ ਸਾਡਾ, ਜਿੰਦੇ ਰਹਿੰਦੇ ਸੀ। ਉਹ ਸਾਡੇ ਘਰ ਆਏ, ਕਹਿੰਦੇ ਵੀ ਜੈਮਲ ਸਿੰਘ ਜੀ ਤੁਹਾਡਾ ਘਰ ਬਹੁਤ ਪਵਿੱਤਰ ਹੈ। ਮੈਂ ਜਿਸ 'ਤੇ ਹੁਣੇ ਹੀ ਆਏ ਹਾਂ, ਇਹ ਕਿਵੇਂ ਪਵਿੱਤਰ ਹੈ? ਕਹਿੰਦੇ ਨਾ, ਜਦੋਂ ਬੰਦਾ ਬਹਾਦਰ ਸਮਾਣਾ ਜਿੱਤ ਕੇ ਅੱਗੇ ਨੂੰ ਜਾ ਰਿਹਾ ਸੀ, ਜਿੱਥੇ ਤੁਹਾਡਾ ਡਰਾਇੰਗ ਰੂਮ ਹੈ, ਇੱਥੇ ਬੰਦਾ ਬਹਾਦਰ ਦਾ ਟੈਂਟ ਲੱਗਾ ਸੀ। ਬੰਦਾ ਬਹਾਦਰ ਇੱਥੇ ਰਿਹਾ। ਜਿੱਥੇ ਹੁਣ ਅਸੀਂ ਨਵਾਂ ਬਣਾਇਆ ਗੁਰਦੁਆਰਾ ਸਾਹਿਬ, ਕਿ ਜਿਹੜੇ ਦੇ ਵੱਡੇ ਵੱਡੇ ਜਰਨੈਲ ਸਨ, ਉੱਥੇ ਉਹਨਾਂ ਦੇ ਟੈਂਟ ਲੱਗੇ ਸਨ। ਆਹ ਜਿਹੜਾ ਅੱਗੇ ਇਲਾਕਾ ਸੀ, ਉਹਦੇ ਊਠ ਘੋੜੇ ਜੋ ਵੀ ਸੀ, ਫੌਜਾਂ ਜਿਹੜੀਆਂ ਸਨ, ਉਹ ਇੱਥੇ ਸਨ। ਕਹਿੰਦੇ ਤੁਹਾਡੀ ਖੁਸ਼ਕਿਸਮਤੀ ਹੈ ਤੁਸੀਂ ਵੈਸ਼ਨੂ, ਨਹੀਂ ਤੇ ਉਹ ਤਾਂ ਫਿਰ ਸ਼ਹੀਦ ਨੇ, ਉਹਨਾਂ ਤੁਹਾਨੂੰ ਕਰ ਦੇਣਾ ਸੀ ਸਿੱਧਿਆਂ, ਵੀ ਤੁਸੀਂ ਮੇਰੇ ਥਾਂ ਨੂੰ ਅਪਵਿੱਤਰ ਕਰਦੇ ਹੋ। ਕਹਿੰਦੇ ਤੁਹਾਡੀ ਖੁਸ਼ਕਿਸਮਤੀ ਆ ਕਿ ਤੁਸੀਂ ਵੈਸ਼ਨੂ ਹੋ ਅਤੇ ਇੰਨੀ ਪਵਿੱਤਰ ਥਾਂ 'ਤੇ ਤੁਸੀਂ ਬੈਠੇ ਹੋਏ ਹੋ। ਕਹਿੰਦੇ ਨੇਰੇ ਉਹ ਹੀ ਨਹੀਂ ਆਏ ਸੀ, ਇੱਥੇ ਅਤਰ ਸਿੰਘ ਜੀ ਵੀ ਆ ਕੇ ਬੈਠੇ ਸੀ। ਮੈਂ ਜੀ ਕਹਿੰਦੇ ਮਹਾਰਾਜਾ ਭੁਪਿੰਦਰ ਸਿੰਘ ਕੋਲ ਆਇਆ ਕਰਦੇ ਸਨ। ਉਹ ਵਾਪਸ ਆ ਰਹੇ ਸਨ, ਮਹਾਰਾਜਾ ਭੁਪਿੰਦਰ ਨੂੰ ਮਿਲੇ, ਵਾਪਸ ਜਾ ਰਹੇ ਸਨ ਜਿੱਥੇ ਚਤਰ ਸਿੰਘ ਦਾ ਘਰ ਹੈ। ਇੱਥੇ ਆ ਕੇ ਉਹਨਾਂ ਦੀ ਕਾਰ ਖਰਾਬ ਹੋ ਗਈ। ਉਹਨੇ ਵੀ ਦੱਸਿਆ ਵੀ ਆਹ ਜਿਹੜਾ ਘਰ ਹੈ, ਇੱਥੋਂ ਦੀ ਕਾਰ ਖਰਾਬ ਹੋ ਗਈ। ਡਰਾਈਵਰ ਕਹਿੰਦਾ ਜੀ ਟਾਈਮ ਲੱਗੇਗਾ, ਆਹ ਸਾਹਮਣੇ ਦਰਖਤ ਹੈ, ਤੁਸੀਂ ਇਹਦੇ ਹੇਠਾਂ ਬਹਿ ਜਾਓ। ਜਿੱਥੇ ਤੁਹਾਡਾ ਡਰਾਇੰਗ ਰੂਮ ਹੈ, ਇੱਥੇ ਦਰਖਤ ਸੀ। ਜਿੱਥੇ ਤੁਹਾਡਾ ਫਰਿੱਜ ਪਿਆ ਨਾ, ਫਰਿੱਜ ਇੱਥੇ ਸੰਤ ਅਤਰ ਸਿੰਘ ਬੈਠੇ ਸੀ। ਸੋ ਕਹੇ ਤੁਹਾਡੀ ਥਾਂ ਪਵਿੱਤਰ ਹੈ। ਅਤੇ ਮੇਰਾ ਖਿਆਲ ਗੁਰਦੁਆਰਾ ਸਾਹਿਬ ਵੀ ਸ਼ਾਇਦ ਇਸੇ ਕਰਕੇ ਦੋਨੋਂ ਬਣ ਗਏ ਵੀ ਪਹਿਲੇ ਹੀ ਥਾਵਾਂ ਪਵਿੱਤਰ ਨੇ। ਕਿਉਂਕਿ ਜਦੋਂ ਉਹ ਬਣਾਇਆ, ਉਹ ਤਾਂ ਇੱਕ ਕ੍ਰਿਸ਼ਮਾ ਹੋ ਗਿਆ ਸੀ ਮੇਰੇ ਲਈ। ਉਹ ਬਹੁਤ ਨੀਵੀਂ ਥਾਂ ਸੀ ਅਤੇ ਬੀਬੀ ਜੀ ਕਹਿੰਦੇ ਦੁਨੀਆ ਭਰ ਦਾ ਇੱਥੇ ਗੰਦ ਹੈ, ਪਹਿਲਾਂ ਇੱਥੇ ਮਿੱਟੀ ਪਾਓ। ਮਿੱਟੀ ਪਾ ਕੇ ਉੱਚੀਆਂ ਕੀਤਾ, 9 ਫੁੱਟ ਨੀਵਾਂ ਸੀ ਥਾਂ, ਥੋੜ੍ਹੇ ਉੱਚਾ ਕਰ ਵੀ ਤਾਂ ਜੋ ਗੰਦ ਮਾਨ ਜਿਹਾ ਲੁਕ ਜਾਏ। ਫਿਰ ਕਹਿੰਦੇ ਮਾਨ ਸਾਹਿਬ ਨੂੰ ਅਤੇ ਗਿਆਨੀ ਜੀ ਨੂੰ ਵੀ ਤੁਸੀਂ ਇੱਥੇ ਨਾ ਫੁੱਲ ਬੂਟੇ ਲਾਓ, ਵੀ ਥੋੜ੍ਹੀ ਹਰਿਆਵਲ ਹੋਵੇ, ਫੁੱਲ ਲਾਓ ਜੀ। ਚਲੋ ਮਾਨ ਸਾਹਿਬ ਨੇ ਘਾਹ ਲਿਆਂਦਾ, ਇਹ ਟ੍ਰੇਨ ਸਨ, ਗਿਆਨੀ ਜੀ ਨੇ ਫੁੱਲ ਜਿਹੇ ਲਾਤੇ ਉੱਥੇ।
ਫਿਰ ਕਹਿੰਦੇ ਵੀ ਚਾਰ ਦੀਵਾਰੀ ਕਰ ਲਈ ਅਸੀਂ ਵੀ ਪਸ਼ੂ ਨਾ ਹੁਣ ਜਾਣੇ, ਤਾਂ ਫਿਰ ਗੰਦ ਪਾ ਦੇਣਗੇ। 1 ਸਾਲ ਹਰ ਐਤਵਾਰ ਨੂੰ ਅਸੀਂ ਸੰਗਤ ਨੂੰ ਸੱਦ ਕੇ ਕਦੇ ਜਪਜੀ ਸਾਹਿਬ ਦਾ ਪਾਠ ਕਰਾਉਂਦੇ ਸੀ, ਕਦੇ ਮੂਲ ਮੰਤਰ ਦਾ ਕਰਾਉਂਦੇ ਸੀ, ਕਦੇ ਸੁਖਮਨੀ ਸਾਹਿਬ ਦਾ ਕਰਾਉਂਦੇ ਸੀ ਵੀ ਥਾਂ ਪਵਿੱਤਰ ਹੋ ਜਾਏ, ਇੱਥੇ ਗੁਰਦੁਆਰਾ ਸਾਹਿਬ ਬਣਾਉਣਾ। ਬੀਬੀ ਜੀ ਕਹਿੰਦੇ ਵੀ ਪਹਿਲਾਂ ਇਹਨੂੰ ਪਵਿੱਤਰ ਕਰਨਾ, ਕਿੰਨਾ ਪਤਾ ਨਹੀਂ ਕੌਣ ਦਾ ਇੱਥੇ ਗੰਦ ਪਿਆ ਹੋਇਆ ਹੈ ਕੀ। ਲੋ ਜੀ, ਜਦੋਂ ਮੈਂ ਲਵਾਇਆ ਐਸਟੀਮੇਟ, ਉਹ ਕਹਿੰਦਾ ਜੀ ਮੈਂ ਨਾ ਡਬਲ ਸਟੋਰੀ ਬਣਾਉਣੀ ਹੈ, ਹੇਠਾਂ ਲੰਗਰ ਹਾਲ ਬਣਾਉਣਾ, ਉੱਤੇ ਗੁਰਦੁਆਰਾ ਸਾਹਿਬ ਬਣਾਉਣਾ, ਇਹ 2 ਪਲਾਟਾਂ ਦੇ ਵਿੱਚ। ਉਹ ਕਹਿੰਦਾ ਜੀ 1 ਕਰੋੜ 10 ਲੱਖ ਰੁਪਈਆ ਲੱਗੇਗਾ ਜੇ ਤੁਸੀਂ ਲਗਾਤਾਰ ਬਣਾਉਂਦੇ ਰਹੇ। ਜੇ ਵਿੱਚ ਗੈਪ ਪੈ ਗਿਆ ਫਿਰ ਵੱਧ ਵੀ ਸਕਦਾ, ਭਾਵਾਂ 'ਚ ਫਰਕ ਪੈ ਜਾਂਦਾ। 1 ਕਰੋੜ 10 ਲੱਖ ਲੱਗੇਗਾ। ਉਦੋਂ ਮੇਰੇ ਕੋਲ 40 ਲੱਖ ਸੀ। ਮੈਂ ਸੋਚਿਆ ਚੱਲ ਪਹਿਲਾਂ ਨਾ ਬਣਾ ਲੈਂਦੇ ਹਾਂ ਵੀ ਬੇਸਮੈਂਟ, ਫਿਰ ਲੰਗਰ ਹਾਲ, ਫਿਰ 1-2 ਦਿਨ ਸਾਲ ਇਕੱਠੇ ਪੈਸੇ ਕਰਕੇ ਫਿਰ ਉੱਪਰ ਬਣਾ ਲਾਂਗੇ। ਮੈਂ ਅਜੇ ਐਂ ਹੀ ਮੈਂ ਤਾਬਿਆ ਬੈਠਾ ਤੇ ਪਾਠ ਹੋ ਰਿਹਾ, ਗੁਰੂ ਗ੍ਰੰਥ ਦੀ ਤਾਬਿਆ ਬੈਠਾ। ਲਓ ਜੀ, ਮੈਂ ਕੀ ਦੇਖਦਾ, ਇੱਧਰੋਂ ਬਾਬਾ ਬੁੱਢਾ ਜੀ ਤੇ ਪੰਚਮ ਪਾਤਸ਼ਾਹ ਇੱਧਰੋਂ ਉੱਧਰ ਨੂੰ ਤੁਰੇ ਆ ਰਹੇ ਨੇ। ਚਲੋ ਮੈਂ ਉਹਨਾਂ ਨਾਲ ਵੇਖਣ ਲੱਗ ਗਿਆ। ਉਹ ਜਦ ਨੇੜੇ ਆਏ, ਮੈਂ ਆਪਣਾ ਖੜਾ ਹੋ ਕੇ ਚੌਰ ਸਾਹਿਬ ਲੱਗ ਗਿਆ ਕਰਨ ਵੀ ਦੇਖਦੇ ਹਾਂ। ਉਹਨਾਂ ਅੰਦਰ ਖਾਤੇ ਮੈਂ ਮੱਥਾ ਟੇਕਿਆ, ਟੋਕਰਾ ਚੱਕੀ ਆਉਂਦੇ ਬਾਬਾ ਬੁੱਢਾ। ਮੈਂ ਦੇਖੋ ਟੋਕਰੇ ਦੇਖੋ ਕੀ ਹੈ। ਜੋ ਟੋਕਰਾ ਲਾਇਆ ਉਹ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ, ਤੇ ਪੰਚਮ ਪਾਤਸ਼ਾਹ ਕਹਿੰਦੇ ਬਾਬਾ ਜੀ ਇਹ ਸਾਰੇ ਪਲਾਟ 'ਚ ਮੋਹਰਾਂ ਖੰਡਾ ਦਿਓ। ਤੇ ਜਿਵੇਂ ਜੱਟ ਛੱਟਾ ਦਿੰਦੇ ਦਾਣੇ ਦਾ, ਉਹਨਾਂ ਬਾਬਾ ਬੁੱਢਾ ਨੇ ਸਾਰੀਆਂ ਮੋਹਰਾਂ ਜਿਹੜੀਆਂ ਉਹ ਸਾਰੇ ਖੰਡਿਆਤੀਆਂ ਤੇ ਉਹ ਚਲੇ ਗਏ। ਮੈਂ ਕਿਹਾ ਇਹ ਮੈਨੂੰ ਦੱਸ ਗਏ ਨੇ ਵੀ ਮਾਇਆ ਦੀ ਕੋਈ ਕਮੀ ਨਹੀਂ ਰਹੇਗੀ, ਤੂੰ ਸ਼ੁਰੂ ਕਰ ਦੇ ਬਸ। ਬਹੁਤ ਫਿਰ ਮੇਰਾ ਹੌਸਲਾ ਵੱਧ ਗਿਆ। ਬਹੁਤ ਜੋ ਲੱਗੇ 13.5 ਮਹੀਨੇ ਲੱਗ ਗਏ ਲਗਾਤਾਰ। 1 ਕਰੋੜ 9 ਲੱਖ ਦੇ ਵਿੱਚ ਪੂਰਾ ਹੋਇਆ। ਮੈਂ ਯਾਰ ਐਸਟੀਮੇਟ ਵੀ ਕਿੰਨੀ ਜ਼ਬਰਦਸਤ ਹੈ। ਉਹਨੇ ਕਿਹਾ 1 ਕਰੋੜ 10 ਲੱਖ ਲੱਗੂ। 1 ਕਰੋੜ 9 ਲੱਖ ਦੇ ਵਿੱਚ ਇਹ ਜਿਹੜੀ ਹੈ ਡਬਲ ਬਿਲਡਿੰਗ ਇਹ ਪੂਰੀ ਹੋਈ ਹਨ। ਸੋ ਇਸ ਤਰ੍ਹਾਂ ਥਾਵਾਂ ਇੰਨੀਆਂ ਪਵਿੱਤਰ ਨੇ ਹਨ। ਅਤੇ ਫਿਰ ਤਾਂ ਉਹਨਾਂ ਕਿਹਾ ਵੀ ਇਹ ਹੌਸਲਾ ਛੱਡ ਰਿਹਾ ਹੈ ਵੀ ਨਹੀਂ, ਇਹਨੂੰ ਮਾਇਆ ਦੀ ਕੋਈ ਨਹੀਂ ਕਮੀ ਰਹਿਣੀ, ਇਹਨੂੰ ਜਰਾ ਅਸੀਂ ਸ਼ੋਅ ਕਰ ਦਿੰਦੇ ਹਾਂ। ਇਸ ਤਰ੍ਹਾਂ ਹੈ ਤੇ ਸਭ ਕੁਝ ਸੂਖਸ਼ਮ ਸੀ। ਉਹ ਮੋਹਰਾ ਸੂਖਸ਼ਮ ਸਨ, ਕਿਤੇ ਕਹੋ ਵੀ ਆਪਾਂ ਇਕੱਠੀਆਂ ਕਰ ਲੈਂਦੇ ਮਗਰੋਂ। ਉਹ ਸਾਰਾ ਕੁਝ ਸੂਖਸ਼ਮ ਸੀ। ਪਰ ਉਹ ਦੱਸ ਗਏ ਵੀ ਤੂੰ ਸ਼ੁਰੂ ਕਰ ਦੇ, ਤੈਨੂੰ ਮਾਇਆ ਦੀ ਕੋਈ ਕਮੀ ਨਹੀਂ ਰਹੇਗੀ, ਅਤੇ ਦਾਤੇ ਦੀ ਐਸੀ ਕਿਰਪਾ ਰਹੀ ਵੀ ਮੰਗਣੇ ਵੀ ਨਹੀਂ ਪਏ, ਸੰਗਤ ਨੂੰ ਕਹਿਣਾ ਵੀ ਨਹੀਂ ਪਿਆ ਭਾਈ ਮਾਇਆ ਭੇਜੋ ਨੂੰ। ਉਹ ਮੈਨੂੰ ਸੰਤ ਸੁਖਦੇਵ ਸਿੰਘ ਨੇ ਪਹਿਲਾਂ ਹੀ ਕਹਿਤਾ ਸੀ 1992 'ਚ। ਕਹਿੰਦੇ ਬਾਬਾ ਜੀ, ਉਹ ਮਾਸਟਰ ਜੀ ਕਹਿੰਦੇ ਸੀ, ਮਾਸਟਰ ਜੀ ਆ ਲਓ 10 ਰੁਪਈਏ, ਇਹ ਸਾਂਭ ਕੇ ਰੱਖਣੇ, ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ। ਜੋ ਵੀ ਤੁਸੀਂ ਧਾਰਮਿਕ ਕੰਮ ਕਰੋਗੇ ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ। ਸ਼ਰਤ ਇੱਕ ਹੈ ਕਿ ਤੁਸੀਂ ਮਾਇਆ ਮੰਗਣੀ ਨਹੀਂ ਹੈ। ਮੈਂ ਸੋਚੀ ਪੈ ਗਿਆ ਵੀ ਕਹਿੰਦੇ ਮੰਗਣੀ ਵੀ ਨਹੀਂ ਹੈ। ਪਰ ਮੈਨੂੰ ਨਾ ਇਹ ਸਾਧੂਆਂ 'ਤੇ ਬਚਪਨ ਤੋਂ ਵਿਸ਼ਵਾਸ ਸੀ ਵੀ ਸਾਧੂ ਜੋ ਕਹਿੰਦੇ ਬਚਨ ਅਟੱਲ ਹੁੰਦੇ ਨੇ। ਕਹਿੰਦੇ ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ, ਸਿਰਫ ਤੁਸੀਂ ਮੰਗਣੀ ਨਹੀਂ ਮਾਇਆ। ਦੇਖੋ 25 ਸਾਲ ਦੀਵਾਨ ਵੀ ਲੱਗਦੇ ਰਹੇ, ਤੁਸੀਂ ਆਪ ਸਾਰੇ ਗਵਾਹ ਹੋ। ਕਦੇ ਸੰਗਤ ਨੂੰ ਨਹੀਂ ਕਿਹਾ ਭਾਈ ਮਾਇਆ ਭੇਜੋ। ਸਗੋਂ ਕਈ ਵਾਰੀ ਅਸੀਂ ਕਹਿੰਦੇ ਬਸ ਭਾਈ ਜਿੰਨੀ ਮਾਇਆ ਚਾਹੀਦੀ ਸੀ, ਰਾਸ਼ਨ ਚਾਹੀਦਾ ਸਾਡੇ ਕੋਲ ਆ ਗਿਆ, ਕੱਲ੍ਹ ਨੂੰ ਤੁਸੀਂ ਨਾ ਲੈ ਕੇ ਆਓ। ਬਾਬਾ ਕਸ਼ਮੀਰਾ ਸੀ ਇਹ ਗੱਲ ਦੂਜੇ ਦੀਵਾਨਾਂ 'ਚ ਵੀ ਜਾ ਕੇ ਕਹਿੰਦੇ ਸੀ। ਕਹਿੰਦੇ ਪਟਿਆਲੇ ਕਮਾਲ ਹੈ। ਉਹ ਕਹਿੰਦੇ ਨਹੀਂ ਭਾਈ ਸਾਡੇ ਕੋਲ ਬਹੁਤ ਹੋ ਗਿਆ, ਹੋਰ ਨਹੀਂ ਚਾਹੀਦਾ। ਐਸੀ ਕਿਰਪਾ ਉਹਨਾਂ ਨੇ ਇਹ ਕਿਰਪਾ ਕਰਤੀ ਮੇਰੇ 'ਤੇ। ਦੇਖੋ 7 ਕਰੋੜ ਲੱਗਾ
ਉਸ ਗੁਰਦੁਆਰੇ 'ਤੇ ਪਲਾਟ ਖਰੀਦਣ 'ਤੇ ਬਿਲਡਿੰਗ ਬਣਾਉਣ 'ਤੇ 7 ਕਰੋੜ ਰੁਪਈਆ ਲੱਗਾ ਅਤੇ ਆਈਓ ਹੀ ਗਿਆ ਨਾ ਮੈਨੂੰ ਪਤਾ ਲੱਗੇ ਨਾ ਬੀਬੀ ਨੂੰ ਪਤਾ ਲੱਗੇ ਵੀ ਕਿੱਥੋਂ ਆ ਰਹੇ, ਬਸ ਸੰਗਤ ਭੇਜੀ ਗਈ ਕਿ ਦਾਤੇ ਦੀ ਕਿਰਪਾ। ਸੋ ਆਪੇ ਹੀ ਉਹ ਕੰਮ ਕਰਾਉਣ ਵਾਲਾ ਹੁੰਦਾ ਹੈ। ਜਦੋਂ ਆਪ ਕਰਾਉਣ 'ਤੇ ਆ ਜੇ ਸਭ ਕੁਛ ਹੋ ਜਾਂਦਾ ਹੈ। ਆਪਾਂ ਤਾਂ ਆਪਣੀ ਭਜਨ ਬੰਦਗੀ ਕਰਦੇ ਰਹਿਣਾ ਅਤੇ ਉਸ 'ਤੇ ਵਿਸ਼ਵਾਸ ਰੱਖ ਕੇ ਲੱਗੇ ਰਹਿਣਾ ਹੈ। ਉਹ ਮਾਇਆ ਦੀ ਕਿਰਪਾ ਕਰਕੇ ਅਤੇ ਸੰਤ ਸੀਤਲ ਸਿੰਘ ਜੀ ਮਹਾਰਾਜ ਆਹ ਦੁੱਖ ਤਕਲੀਫ ਦੂਰ ਕਰਨ ਦੇ ਸ਼ਬਦ ਦੇ ਕੇ ਕਿਰਪਾ ਕਰਕੇ ਵੀ ਲੈ ਭਾਈ ਤੂੰ ਇਹਨਾਂ ਦੇ ਨਾ ਬਾਣੀ ਦੇ ਕੇ ਇਹ ਦੁੱਖ ਤਕਲੀਫ ਦੂਰ ਕਰਿਆ ਕਰ। ਉਹਨਾਂ ਮੈਨੂੰ ਆਪਣੇ ਕੋਲ ਸੱਦਿਆ, ਮੈਨੂੰ ਉਹਨੇ 150 ਹੁਕਮਨਾਮਾ ਲਿਖਾਇਆ। ਮੈਨੂੰ ਕਹਿੰਦੇ ਕੱਲ੍ਹ ਨੂੰ ਕਾਪੀ ਲੈ ਕੇ ਆਈ। ਉਹ ਪਹਿਲੀ ਲਾਈਨ ਬੋਲੀ ਗਏ, ਕਹਿੰਦੇ ਬਾਕੀ ਪੂਰਾ ਸ਼ਬਦ ਉੱਥੇ ਗੁਰੂ ਗ੍ਰੰਥ ਸਾਹਿਬ ਲੱਭ ਲਈ। ਉਹਨਾਂ 150 ਹੁਕਮਨਾਮਾ ਮੈਨੂੰ ਲਿਖਾਇਆ। ਅਗਲੇ ਦਿਨ ਫਿਰ ਸੱਦਿਆ, ਕਹਿੰਦੇ ਹੁਣ ਇਹ ਕਾਪੀ ਖੋਲ, ਕੋਈ ਹੁਕਮਨਾਮਾ ਕੱਢ। ਜੋ ਹੁਕਮਨਾਮਾ ਆਇਆ ਕਹਿੰਦੇ ਇਹਦਾ ਮਤਲਬ ਆਹ ਹੈ, ਇਹ ਨਾ ਇਹ ਇਸ ਪਾਠ ਨਾਲ ਠੀਕ ਹੋਏਗਾ ਬੰਦਾ ਜਿਹਦਾ ਇਹ ਹੁਕਮਨਾਮਾ ਆਵੇ। ਹੋਰ ਕੱਢ, ਹੋ ਗਏ। ਹੁਣ ਕਹਿੰਦੇ ਆਹ ਹੁਕਮਨਾਮਾ ਹੈ ਨਾ, ਇਹਦਾ ਮਤਲਬ ਹੈ ਇਹ ਫਲਾਣੇ ਪਾਠ ਨਾਲ ਦੂਰ ਹੋਊਗਾ। ਚਲੋ ਮੈਂ ਕਿਹਾ ਜੀ ਵੀ ਜੇ ਕੋਈ ਹੋਰ ਨਿਕਲਿਆ ਵੇ ਗੁਰੂ ਗ੍ਰੰਥ ਸਾਹਿਬ ਤੋਂ, ਕਹਿੰਦੇ ਕੋਈ ਨਹੀਂ, ਫਿਰ ਅਸੀਂ ਤੇਰੇ ਨਾਲ ਹੀ ਹਾਂ, ਅਸੀਂ ਅੰਦਰ ਖਾਤੇ ਤੇਰੇ ਬੋਲ ਦਾਂਗੇ, ਆਹ ਪੜ੍ਹ ਦੇ। ਮੰਨ ਲਓ ਜੇ ਤੈਨੂੰ 150 ਹੈ ਤਾਂ 10 ਤੱਕ ਨਹੀਂ ਵਿਆਹ ਤੇ ਆਹ ਪੜ੍ਹ, ਆਹ ਤਾਂ ਆਹ ਪੜ੍ਹ ਦੇਣਾ। ਹਾਂਜੀ ਮੈਂ ਕੁਦਰਤੀ ਮੈਂ ਜੀ ਮੰਨ ਲਓ ਹੁਣ ਹੁਕਮਨਾਮਾ ਐਂ ਲੈਣੇ, ਉਹ ਜਿੱਥੋਂ ਤੁਸੀਂ ਦੱਸੇ ਨੇ ਉਹ ਤੋਂ ਅੱਗੇ ਸਭਾ ਨਿਕਲਿਆ, ਜਦੋਂ ਅੱਗੇ ਉਦੋਂ ਅੱਗੇ ਨਿਕਲਿਆ ਫਿਰ ਕਹਿੰਦੇ ਫਿਰ ਇਹ ਸਾਡਾ ਕੰਮ ਹੈ, ਅਸੀਂ ਆਪੇ ਤੈਨੂੰ ਦੱਸ ਦਾਂਗੇ। ਉਹ ਇਹ ਬਖਸ਼ਿਸ਼ ਕਰ ਗਏ, ਉਧਰ ਇਹ ਬਖਸ਼ਿਸ਼ ਕਰ ਗਏ। ਔਰ ਹੈਰਾਨੀ ਦੀ ਗੱਲ ਹੈ ਕਿ ਨਾ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਮਾਇਆ ਦੀ ਬਖਸ਼ਿਸ਼ ਕਰੋ, ਨਾ ਮੈਂ ਉਹਨਾਂ ਨੂੰ ਕਿਹਾ ਕਰੋ। ਇਹਨੂੰ ਕਹਿੰਦੇ ਸਾਧੂ ਦੀ ਖੁਸ਼ੀ, ਇਹਨੂੰ ਕਹਿੰਦੇ ਸਾਧੂ ਦੀ ਖੁਸ਼ੀ। ਇੱਕ ਸਾਧੂ ਪੂਰਬ ਵੱਲ ਸੀ, ਇੱਕ ਪੱਛਮ ਵੱਲ ਰਹਿੰਦਾ, ਵਿਚਾਲੇ ਮੈਂ ਸੀ, ਆਪਾਂ ਨੂੰ ਫਿਕਰ ਹੀ ਕੋਈ ਨਹੀਂ ਸੀ। ਵੀ ਇੱਕ ਸਾਧੂ ਮੇਰੇ ਸੱਜੇ ਪਾਸੇ ਹੈ, ਇੱਕ ਸਾਧੂ ਮੇਰੇ ਖੱਬੇ ਪਾਸੇ, ਜੈਮਲ ਸੇ ਤੂੰ ਵਿਚਾਲੇ, ਤੈਨੂੰ ਕੀ ਫਿਕਰ ਹੈ, ਆਨੰਦ ਨਾ ਰਹਿ। ਸੋ ਇਸ ਲਈ ਸਾਧੂ ਦੀ ਗੱਲ ਚੱਲੀ ਸੀ, ਚਰਨ ਦੀ। ਇਹ ਸਾਧੂ ਦੇ ਚਰਨ ਹੁੰਦੇ ਨੇ, ਪੈਰ ਨਹੀਂ ਹੁੰਦੇ। ਕਿਉਂ? ਉਹ ਪੈਰ ਚਰਨ ਕਿਉਂ ਬਣ ਗਏ? ਨਾਮ ਜਪ ਜਪ ਕੇ। ਨਾਮ ਨੇ ਫਿਰ ਸਾਰੇ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਅਸਰ ਕਰਨਾ, ਤਾਂ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਬੋਲਦੇ ਵਾਹਿਗੁਰੂ ਰਿਹਾ ਹੁੰਦਾ, ਉਹ ਮੂੰਹ ਨਾਲ ਵਾਹਿਗੁਰੂ ਬੋਲ ਰਿਹਾ ਹੁੰਦਾ। ਜਿਹੜੇ ਸਾਇੰਸ ਵਾਲੇ ਕਹਿੰਦੇ 2.25 ਕਰੋੜ ਰੋਮ ਹੈ ਸਾਡੇ ਸਰੀਰ 'ਤੇ, 2.25 ਕਰੋੜ। ਜਦੋਂ ਗੁਰਮੁਖ ਜਿਹੜਾ ਬ੍ਰਹਮ ਗਿਆਨੀ ਹੋ ਜਾਂਦਾ ਹੈ, ਜਦੋਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਨਾ, 2.25 ਕਰੋੜ ਵਾਰੀ ਵਾਹਿਗੁਰੂ ਕਿਹਾ ਜਾਂਦਾ। ਦੱਸੋ ਕਿੱਥੇ ਦੀ ਕਿੱਥੇ ਪਹੁੰਚ ਜਾਣੀ। ਅਸੀਂ ਤਾਂ ਸਾਰੇ ਹੀ ਵਾਰੀ 2.25 ਕਰੋੜ ਮੇਰਾ ਵਾਹਿਗੁਰੂ ਨਹੀਂ ਕਹਿਣਾ। ਸੋ ਇਸ ਕਰਕੇ ਉਹ ਰੋਮ ਰੋਮ ਦੇ ਵਿੱਚ ਉਹਨਾਂ ਦਾ ਨਾਮ ਹੁੰਦਾ। ਇਸ ਲਈ ਜਿੱਥੇ ਹੱਥ ਲਾ ਦੇਣਗੇ ਉਹ ਵੀ ਪਵਿੱਤਰ ਹੋ ਜਾਏਗਾ, ਅਤੇ ਜਿੱਥੇ ਚਰਨ ਧਰ ਦੇਣਗੇ ਉੱਥੇ ਵੀ ਹੋ ਜਾ, ਅਤੇ ਜੇ ਬੋਲ ਦੇਣਗੇ ਉਹ ਵੀ ਹੋਏਗਾ। ਜੀਭ 'ਤੇ ਵੀ ਤਾਂ ਨਾਮ ਹੀ ਬੈਠਾ। ਐਵੇਂ ਲੋਕ ਸਾਧੂ ਦੇ ਸਿਰ 'ਤੇ ਹੱਥ ਧਰਾਉਂਦੇ। ਸਾਧੂ ਕੋਲ ਜਾ ਕੇ ਆਪਾਂ ਸਿਰ ਨੀਵਾਂ ਕਰਦੇ ਨਾ, ਵੀ ਸਾਡੇ ਸਿਰ 'ਤੇ ਹੱਥ ਰੱਖਦੇ। ਕਿਉਂ? ਉਹਨਾਂ ਦਾ ਸਾਰੇ ਦਾ ਸਾਰਾ ਸਰੀਰ ਪਵਿੱਤਰ ਹੋਇਆ ਹੁੰਦਾ। ਹੱਥ ਪਵਿੱਤਰ ਨੇ, ਜਦੋਂ ਤੁਹਾਨੂੰ ਛੂਹਣਗੇ ਤੁਹਾਡੀ ਅੰਦਰਲੀ ਮੈਲ ਦੂਰ ਕਰ ਦੇਣਗੇ। ਸਾਧੂ ਆ ਵੈਸੇ ਹੀ ਕੋਈ। ਸਾਧੂ ਦੀ ਤਕੜੀ ਬੜੀ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਦਾ ਦੁੱਖ ਵਿਦਾਰਿਓ। ਕਹਿੰਦਾ
ਪਰਮਾਤਮਾ ਨੇ ਜਦੋਂ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਵੱਲ ਵੇਖਿਆ ਨਾ, ਮੇਰੇ ਸਾਰੇ ਦੁੱਖ ਹੀ ਦੂਰ ਕਰਦੇ। ਉਹਨਾਂ ਦੀ ਤਕੜੀ 'ਚ ਇੰਨੀ ਤਾਕਤ ਹੁੰਦੀ ਹੈ, ਤਾਕਤ ਦੁੱਖ ਹੀ ਦੂਰ ਸਾਰੇ ਕਰਦੇ। ਸੋ ਇਸ ਲਈ ਤੇ ਸਾਧੂ ਬਣਦਾ ਨਾਮ ਜਪ ਜਪ ਕੇ, ਨਾਮ ਜਪ ਜਪ ਕੇ ਬਣਨਾ। ਸਭ ਕਾਸੇ ਦੀ ਪ੍ਰਾਪਤੀ ਨਾਮ ਨਾਲ ਹੀ ਹੋਣੀ ਹੈ। ਕੰਮ ਨਹੀਂ ਚੱਲਦਾ, ਨਾਮ ਜਪੋ, ਬਾਣੀ ਪੜ੍ਹੋ। ਜੇ ਬੜੇ ਸਾਲ ਹੋ ਗਏ ਬਦਲੀ ਨਹੀਂ ਹੁੰਦੀ, ਬਾਣੀ ਪੜ੍ਹ, ਨਾਮ ਜਪ। ਜੇ ਬਿਮਾਰੀ ਨਹੀਂ ਹਟ ਰਹੀ, ਬਾਣੀ ਪੜ੍ਹ, ਨਾਮ ਜਪ। ਗਰੀਬੀ ਨਹੀਂ ਦੂਰ ਹੋ ਰਹੀ, ਲੈ ਬਾਣੀ ਪੜ੍ਹ, ਆਪੇ ਪਰਮਾਤਮਾ ਬਿਧ ਬਣਾਏਗਾ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਸਭ ਕੁਝ ਸਮਾਂ ਪਾ ਕੇ ਠੀਕ ਹੋ ਜਾਏਗਾ। ਠੀਕ ਹੈ, ਜੇ ਤਾਣੀ ਜ਼ਿਆਦਾ ਉਲਝੀ ਹੋਵੇ, ਉਹਨੂੰ ਸੁਲਝਣ 'ਤੇ ਥੋੜ੍ਹਾ ਟਾਈਮ ਲੱਗਦਾ ਹੈ। ਕਾਲੇ ਨਹੀਂ ਪੈਣਾ, ਲੱਗੇ ਰਹਿਣਾ, ਲੱਗੇ ਰਹਿਣਾ, ਲੱਗੇ ਰਹਿਣਾ। ਜਿਹੜੇ ਫਿਰ ਲੱਗੇ ਰਹਿੰਦੇ ਨੇ, ਫਿਰ ਉਸ 'ਤੇ ਗੁਰੂ ਮਹਾਰਾਜ ਕਿਰਪਾ ਵੀ ਕਰ ਦਿੰਦੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਨ ਕੀ ਸੇਵਾ ਊਤਮ ਕੰਮ। ਸੋ ਸਾਧੂ ਦੀ ਜਿਹੜਾ ਸੇਵਾ ਹੈ, ਇਹ ਸਭ ਤੋਂ ਉੱਤਮ ਕੰਮ ਹੈ। ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਭਾਵੇ। ਜਿਹੜਾ ਹਰੀ ਦੀ ਸਿਫਤ ਸਲਾਹ ਸਾਨੂੰ ਸੁਣਾਉਂਦਾ ਹੈ, ਉਹ ਵਿਅਕਤੀ ਸਾਡੇ ਮਨ ਨੂੰ ਚੰਗਾ ਲੱਗਦਾ ਹੈ। ਜਨ ਪਗਰੇਨ ਵਡ ਭਾਗੀ। ਇਸ ਲਈ ਸਾਧੂਆਂ ਦੀ ਚਰਨ ਧੂੜ ਵੀ ਵੱਡੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ। ਸੰਤ ਜਨਾਂ ਸਿਓ ਪ੍ਰੀਤ ਬਣ ਆਈ। ਸੰਤ ਜਨਾਂ ਨਾਲ ਕਹਿੰਦੇ ਉਹਨਾਂ ਦਾ ਪਿਆਰ ਪੈਂਦਾ। ਕਿਹਨਾਂ ਦਾ? ਜਿਨ ਕੋ ਲਿਖਤ ਲਿਖਿਆ ਧੁਰ ਪਾਈ। ਧੁਰੋਂ ਹੀ ਜਿਹਦੇ ਭਾਗਾਂ 'ਚ ਲਿਖ ਦਿੱਤਾ ਹੈ ਕਿ ਤੂੰ ਫਲਾਣੇ ਸਾਧੂ ਨੂੰ ਪਿਆਰ ਕਰੇਂਗਾ, ਉਸ ਨਾਲ ਹੀ ਪਿਆਰ ਪੈਂਦਾ। ਉਂਝ ਨਹੀਂ ਸਾਧੂ ਨਾਲ ਪਿਆਰ ਪੈਂਦਾ, ਇਹ ਧੁਰੋਂ ਲਿਖਿਆ ਹੁੰਦਾ। ਮੇਰਾ ਦੋਸਤ ਸੀ, ਉਹਨੂੰ ਮੈਂ ਮਿਲਣ, ਜਿਹੜਾ 1963-64 ਦੀ ਗੱਲ ਹੈ, ਮੈਂ ਸੰਤ ਈਸ਼ਰ ਸਿੰਘ ਮਹਾਰਾਜ ਨਾ ਦੇਖਿਆ ਸੀ, ਨਾ ਪਹਿਲਾਂ ਸੁਣਿਆ ਸੀ। ਗੱਡੀਆਂ ਮੈਂ ਉਤਰਿਆ, 1 ਕਿਲੋਮੀਟਰ ਤੁਰ ਕੇ ਉਹਨਾਂ ਦੇ ਜਾਣਾ ਸੀ, ਖੇਤਾਂ 'ਚ ਘਰ ਸੀ। ਰਾਜ ਕੇ ਇੱਕ ਸਕੂਲ ਆ ਗਿਆ, ਉਸ ਗਰਾਊਂਡ ਦੇ ਵਿੱਚ ਦੀਵਾਨ ਲੱਗੇ ਹੋਏ ਨੇ। ਸੰਤ ਈਸ਼ਰ ਸਿੰਘ ਜੀ ਮਹਾਰਾਜ ਵਾਜਾ ਵਜਾ ਰਹੇ ਨੇ ਅਤੇ ਗਾ ਰਹੇ ਨੇ। ਮੈਂ ਯਾਰ ਕਿੰਨੀ ਜ਼ਬਰਦਸਤ ਆਵਾਜ਼ ਹੈ। ਮੈਂ ਇੱਕ ਨੂੰ ਪੁੱਛੇ ਕੌਣ ਹੈ? ਕਹਿੰਦੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਹਨ। ਮੈਂ ਨਾਮ ਤਾਂ ਸੁਣਿਆ ਹੀ ਸੀ। ਅੱਛਾ, ਮੈਂ 2 ਮਿੰਟ ਸੁਣ ਕੇ ਮੈਂ ਜੀ ਕਿੰਨੇ ਦਿਨ ਚੱਲਣੇ? ਕਹਿੰਦੇ ਕੱਲ੍ਹ ਦਾ ਦਿਨ ਹੋਰ ਚੱਲਣਾ। ਮੈਂ ਚਲ ਕੱਲ੍ਹ ਨੂੰ ਸੁਣਨ ਆ ਜਾਵਾਂਗੇ। ਚਲਿਆ ਗਿਆ, ਰੋਟੀ ਖਾ ਰਿਹਾ ਹਾਂ, ਮੈਂ ਸਹਿ ਸੁਭਾਅ ਕਹਤਾ ਵੀ ਸੰਤ ਦੀਵਾਨ ਲੱਗੇ ਨੇ, ਵੀ ਕਿਆ ਆਵਾਜ਼ ਹੈ। ਜਿਹੜਾ ਛੋਟਾ ਭਰਾ ਸੀ, ਉਹ ਕਦੇ ਪੂਪੜੇ ਸਾਧ ਨੇ ਲੱਗੇ ਰਹਿੰਦੇ ਨੇ। ਵੱਡਾ ਭਰਾ ਤਾਂ ਕਹਿੰਦਾ ਵੀ ਇਹ ਰਾੜਾ ਸਾਹਿਬ ਵਾਲੇ ਮਹਾਂਪੁਰਖ ਨੇ। ਛੋਟਾ ਕਹਿੰਦਾ ਇਹ ਪੂਪੜੇ ਸਾਧ ਨੇ ਲੱਗੇ ਰਹਿੰਦੇ ਤਾਂ ਦੇ। ਦੇਖੋ, ਸਾਧੂ ਉਹੀ ਹੈ, ਇੱਕ ਕੁਝ ਸਮਝ ਰਿਹਾ, ਦੂਜਾ ਕੁਝ ਸਮਝ ਰਿਹਾ। ਅਸੀਂ ਜੋ ਸਮਝਾਂਗੇ ਉਹਦੇ ਅਨੁਸਾਰ ਹੀ ਸਾਨੂੰ ਫਲ ਮਿਲਣਾ। ਇਹ ਜੋ ਸਮਝਦੇ, ਜਿਵੇਂ ਦੂਸਰੇ ਪਾਤਸ਼ਾਹ ਬੈਠੇ, ਸੰਗਤ ਬੈਠੀ ਹੈ, ਬਾਬਾ ਬੁੱਢਾ ਜੀ ਬੈਠੇ ਨੇ, ਹੋਰ ਬੈਠੇ ਦੂਜੇ ਸੇਵਕ। ਬਾਬਾ ਬੁੱਢਾ ਜੀ, ਤੁਸੀਂ ਬਹੁਤ ਸਮਾਂ ਗੁਰੂ ਨਾਨਕ ਦੇਵ ਜੀ ਨਾਲ ਰਹੇ ਹੋ, ਤੁਸੀਂ ਗੁਰੂ ਨਾਨਕ ਦੇਵ ਨੇ ਕੀ ਸਮਝਿਆ ਸੀ? ਕਹੇ ਜੀ ਉਹ ਤਾਂ ਪੂਰਨ ਬ੍ਰਹਮ ਗਿਆਨੀ ਸਨ। ਜੋ ਬਾਬਾ ਜੀ ਤੁਸੀਂ ਵੀ ਬ੍ਰਹਮ ਗਿਆਨੀ ਹੋਏ। ਜਿਸ ਤੋਂ ਸੂਰਜ ਪ੍ਰਕਾਸ਼ ਗੁਰੂ ਨਾਨਕ ਦਾ ਜੀਵਨ ਲਿਖਾਇਆ ਗੁਰੂ ਅੰਗਦ ਦੇਵ ਮਹਾਰਾਜ ਨੇ, ਉਹ ਵੀ ਇੱਥੇ ਬੈਠੇ। ਹਾਂ, ਤਾਂ ਤੁਸੀਂ ਸਾਰੇ ਗੁਰੂ ਨਾਨਕ ਦੇ ਨਾਲ ਰਹੇ ਹੋ। ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਦੇਵ ਕੀ ਸਮਝਿਆ? ਕਹਿ ਜੀ ਉਹ ਪੂਰਨ ਸੰਤ ਸਨ। ਭਾਈ ਬਾਲਾ ਜੀ, ਤੁਸੀਂ ਸੰਤ ਹੋਏ। ਕਿਸੇ ਨੇ ਪੁੱਛਿਆ ਤੂੰ ਕੀ ਸਮਝਿਆ? ਉਹਨੇ ਜੋ ਕਿਹਾ ਕਹਿੰਦੇ ਤੂੰ ਉਹੀ ਹੋਇਆ। ਅਖੀਰ 'ਤੇ ਸਿੱਖ ਕਹਿੰਦੇ ਵੀ
ਮਹਾਰਾਜ ਜੀ ਤੁਸੀਂ ਗੁਰੂ ਨਾਨਕ ਦੇਵ ਨੂੰ ਕੀ ਸਮਝਿਆ? ਕਦੇ ਅਸੀਂ ਤਾਂ ਉਹਨਾਂ ਨੂੰ ਪਰਮਾਤਮਾ ਸਮਝਿਆ, ਕਦੇ ਤਾਂ ਹੀ ਗੱਦੀ 'ਤੇ ਬੈਠੇ ਹੋ। ਬੰਦਾ ਇੱਕੋ ਹੀ ਹੈ, ਕੋਈ ਉਹਨੂੰ ਕੁਛ ਕਹਿ ਰਿਹਾ, ਕੋਈ ਉਹਨੂੰ ਕੁਛ ਕਹਿ ਰਿਹਾ, ਕੋਈ ਉਹਨੂੰ ਕੁਛ ਕਹਿ ਰਿਹਾ। ਜਿਹੋ ਜਿਹੀ ਭਾਵਨਾ, ਜਿਹੋ ਜਿਹਾ ਸਮਝਿਆ ਉਹਦੇ ਅਨੁਸਾਰ। ਇਸ ਲਈ ਕਹਿੰਦੇ ਗੁਰੂ ਮਹਾਰਾਜ, ਸੰਤ ਜਨਾ ਸੋ ਪ੍ਰੀਤ ਬਨਾਏ, ਜਿਨ ਕੋ ਲਿਖਤ ਲਿਖਿਆ ਧੁਰ ਪਾਈ। ਧੁਰੋਂ ਹੀ ਪਰਮਾਤਮਾ ਨੇ ਜਿਹਦੇ ਭਾਗਾਂ 'ਚ ਲਿਖਤਾ, ਉਹਦੀ ਪਰਮਾਤਮਾ, ਉਹਦੇ ਸੰਤਾਂ ਦੇ ਨਾਲ ਪਿਆਰ ਪੈ ਗਿਆ। ਫਿਰ ਕੀ ਹੋਇਆ? ਜਦੋਂ ਸੰਤਾਂ ਨਾਲ ਪਿਆਰ ਪਿਆ ਤੇ ਜਨ ਨਾਨਕ ਨਾਮ ਸਮਾਈ, ਉਹ ਵਿਅਕਤੀ ਫਿਰ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਹੋ ਗਏ, ਉਹਦਾ ਹੀ ਰੂਪ ਹੋ ਗਏ। ਸੋ ਇਸ ਲਈ ਅਸੀਂ ਉਹਦੇ 'ਚ ਇੱਕ ਦਿਨ ਲੀਨ ਹੋਣਾ। ਯਾਤਰਾ ਉਹਦੇ ਤੋਂ ਸ਼ੁਰੂ ਹੋਈ ਸੀ, ਉਹਦੇ ਤੋਂ ਹੀ ਅਸੀਂ ਅੱਡ ਹੋਏ ਸੀ। ਜਦੋਂ ਪਹਿਲਾ ਜਨਮ ਅਸੀਂ ਧਾਰਿਆ, ਜਨਮ ਧਾਰੀ ਗਏ। ਜਿਵੇਂ ਨਦੀ ਹੈ, ਨਦੀ ਮੁੜ ਕੇ ਪਹਾੜ 'ਤੇ ਨਹੀਂ ਆ ਸਕਦੀ, ਪਰ ਉਹਦੀ ਮੰਜ਼ਿਲ ਸਮੁੰਦਰ ਹੈ। ਉਹ ਰੁੜਦੀ ਜਾਂਦੀ ਹੈ, ਰੁੜਦੀ ਉਦੋਂ ਨਦੀ ਜਾ ਕੇ ਮੁੱਕਦੀ ਹੈ ਜਦੋਂ ਸਮੁੰਦਰ 'ਚ ਰਲ ਜਾਂਦੀ ਹੈ। ਅਸੀਂ ਪਰਮਾਤਮਾ ਤੋਂ ਹੀ ਅੱਡ ਹੋਏ ਹਾਂ। ਅਸੀਂ ਲੱਗੇ ਰਹਿਣਾ। ਇੱਕ ਦਿਨ ਪਰਮਾਤਮਾ ਦੇ ਵਿੱਚ ਜਾ ਕੇ ਮਿਲਣਾ, ਤਾਂ ਸਾਡਾ ਖਹਿੜਾ ਛੁੱਟਣਾ। ਮਗਰ ਅਰਦਾਸ ਕਰਨ ਨਾਲ ਹੀ ਛੁੱਟਣਾ ਵੀ ਸੱਚੇ ਪਾਤਸ਼ਾਹ ਬਾਬਾ ਜੀ ਸਾਨੂੰ ਕਥਾ ਕਰਦੇ ਤੇ ਬਾਬਾ ਜੀ ਨੇ ਸਾਨੂੰ ਪਾਠ ਸੁਣਾਇਆ, ਬਾਬਾ ਇਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਮੇਰੀ ਅਰਦਾਸਾਂ ਕਰਨ ਨਾਲ ਨਹੀਂ ਗੱਲ ਬਣਨੀ। ਇਹ ਤਾਂ ਬਹੁਤ ਕਮਾਈ ਦੀ ਲੋੜ ਹੈ। ਬ੍ਰਹਮ ਗਿਆਨੀ ਬੰਦਾ ਹੋਵੇ, ਫਿਰ ਉਹਦਾ ਜਾ ਕੇ ਪਰਮਾਤਮਾ ਨਾਲ ਮੇਲ ਹੁੰਦਾ। ਜਦੋਂ ਪਰਮਾਤਮਾ ਨਾਲ ਮੇਲ ਹੋਏਗਾ, ਫਿਰ ਉਹਦਾ ਜੰਮਣ ਮਰਨ ਖਤਮ ਹੋਏਗਾ। ਨਹੀਂ ਤਾਂ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਮਰਦਾ ਰਹੇਗਾ, ਕਦੇ ਕਿਸੇ ਜੂ ਨਹੀਂ, ਕਦੇ ਕਿਸੇ ਜੂ ਨਹੀਂ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।